ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪ ਜੀ ਦੇਖ ਰਹੇ ਹੋ, ਸਾਡੇ ਵਿੱਚ ਸਰਦਾਰ ਪਰਮਜੀਤ ਸਿੰਘ ਜੀ ਜਿਹੜੇ ਕਿ ਪਹਿਲੀ ਵਾਰ ਇਸ ਕਲਾਸ ਦੇ ਵਿੱਚ ਬੋਲਣਗੇ। ਪਿਛਲੀ ਵਾਰ ਵੀ ਕਲਾਸ 'ਚ ਆਏ ਸੀ, ਬੜੇ ਉਤਸ਼ਾਹਤ ਸੀ ਤੇ ਕੋਈ ਬੋਲਣਾ ਚਾਹੁੰਦੇ ਸੀਗੇ, ਸਮੇਂ ਦੀ ਘਾਟ ਕਰਕੇ ਇਹਨਾਂ ਨੂੰ ਸਮਾਂ ਨਹੀਂ ਦੇ ਸਕੇ। ਅੱਜ ਇਹਨਾਂ ਅੱਗੇ ਬੇਨਤੀ ਕਰਦੇ ਹਾਂ ਕਿ ਆਪ ਜੀ ਦਾ ਅੱਜ ਦੀ ਕਲਾਸ ਸਾਂਝੀ ਕਰਨਗੇ ਸਰਦਾਰ ਪਰਮਜੀਤ ਸਿੰਘ ਜੀ। ਪਰਮਜੀਤ ਸਿੰਘ ਜੀ ਕਲਾਸ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਪਰਮਜੀਤ ਸਿੰਘ ਇਸ ਪੂਰੀ ਸੰਗਤ ਚੋਂ ਸਭ ਤੋਂ ਛੋਟਾ ਆ ਤੇ ਮੈਂ ਪਹਿਲਾਂ ਬੇਨਤੀ ਕਰਦਾ ਵੀ ਜੇਕਰ ਕੋਈ ਗਲਤੀ ਹੋ ਜਾਵੇ ਬਚਨ ਕਰ ਦੇਵੇ, ਆਪ ਜੀ ਸਾਰੇ ਮੈਥੋਂ ਵੱਡੇ ਹੋ, ਮੇਰੇ ਬਜ਼ੁਰਗ ਹੋ, ਮੈਨੂੰ ਮਾਫ ਕਰੋਗੇ ਬੱਚਾ ਸਮਝ ਕੇ। ਤੇ मैं सब तो पहला अपना छोटा जिहा एक परिचय दे देवा। मैं हिंदी का विद्यार्थी हूँ। मैंने रामजस कॉलेज दिल्ली यूनिवर्सिटी से बीए हिंदी में किया, बीए हिंदी ऑनर्स। उसके बाद फिर मैंने एमए हिंदी किया आत्माराम सनातन धर्म कॉलेज दिल्ली यूनिवर्सिटी तो। मैं बीएड की है अलीगढ़ मुस्लिम यूनिवर्सिटी तो। उसके बाद मैं दिल्ली यूनिवर्सिटी तो एमफिल की है गुरु गोबिंद सिंह जी महाराज के उत्ते। मेरा टॉपिक जोड़ा सीगा ਉਹ ਸੀ श्री गुरु गोबिंद सिंह जी के हिंदी काव्य में राष्ट्रीय भावबोध ਤੇ ਇਹਦੇ ਚ ਮੈਂ ਐਮਫਿਲ ਕੀਤੀ ਹੈ। ਤੇ ਅੱਜ इस टॉपिक ਤੇ ਆਪਾਂ ਵਿਚਾਰ ਸਾਂਝੇ ਕਰਨੇ ਆ ਉਹ ਹੈ ਸਾਕਾ ਚਮਕੌਰ ਸਾਹਿਬ ਅੱਲਾ ਯਾਰ ਖਾਂ ਜੋਗੀ ਦੀ ਨਜ਼ਰ ਚੋਂ। ਕਿਉਂਕਿ ਨਾ ਸਿੱਖ ਸੰਗਤ ਨੂੰ ਅੱਲਾ ਯਾਰ ਖਾਂ ਜੋਗੀ ਬਾਰੇ ਘੱਟ ਪਤਾ ਹੈ ਤੇ ਅੱਲਾ ਯਾਰ ਖਾਂ ਜੋਗੀ ਉਹ ਸ਼ਖਸੀਅਤ ਹੈ ਜਿਹਨੇ ਉਰਦੂ ਚ ਸਾਕਾ ਚਮਕੌਰ ਸਾਹਿਬ ਬਿਆਨ ਕੀਤਾ ਹੈ ਤੇ ਸਾਕਾ ਸਰਹੰਦ ਬਿਆਨ ਕੀਤਾ ਹੈ। हुजूर दे चारों साहिबजादियां बारे ते माता गुजर कौर जी दी शहीदी बारे ते दशम हुजूर दे बारे उन्हां दे जीवन बारे जो कुछ अल्लाह यार खां जोगी ने साडे विच लिखिया है साडे लई ਉਹ ਨਾ ਸਿੱਖ ਇਤਿਹਾਸ ਤੇ ਸਿੱਖ ਸਾਹਿਤ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਸਰੋਤ ਹੈ। ਸਿੱਖ ਇਤਿਹਾਸ ਨੂੰ ਉਦੋਂ ਵੱਖ ਕਰਕੇ ਅਸੀਂ ਨਹੀਂ ਵੇਖ ਸਕਦੇ ਤੇ ਇਹ ਦੋ ਕਿਤਾਬਾਂ ਅੱਲਾਹ ਯਾਰ ਖਾਂ ਜੋਗੀ ਨੇ ਲਿਖੀਆਂ ਸਨ। ਮੈਂ ਜੋਗੀ ਸਾਹਿਬ ਥੋੜਾ ਜਿਹਾ ਇੱਕ ਪਰਚਾ ਦੇ ਰਹਾ। ਫਾਰਸੀ ਦੇ ਸ਼ਾਇਰ ਸੀਗੇ ਤੇ ईरानों इन्हां दे पूर्वज आए सीगे ते इन्हां ने दो किताबां लिखियां। एक 1913 दे विच 1913 दे विच इन्हां ने किताब लिखी है साका सरहंद दे उत्ते शहीदान वफा, जिहड़ी छोटे साहिबजादियां दी बाबा फतेह सिंह जी ते बाबा जोरावर सिंह जी दे शहीदी दे बारे है ते ओहदे माता गुजर कौर जी दा जिहड़ा त्याग है ओहदे बारे है। ਉਹ आई सी 1913 ਦੇ ਵਿੱਚ ਤੇ ਦੂਜੀ ਜਿਹੜੀ ਕਿਤਾਬ ਆਈ ਸੀ 1915 ਦੇ ਵਿੱਚ ਗੰਜ ਇਹ ਸ਼ਹੀਦਾਂ ਨਾਂ ਤੋਂ। ਇਹ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉੱਤੇ ਹੈ ਸਾਕਾ ਚਮਕੌਰ ਸਾਹਿਬ ਦੇ ਉੱਤੇ। ਜਿਹੜੀ ਸ਼ਹੀਦਾਂ ਨੇ ਵਫਾ ਹੈ ਉਹਦੇ ਚ 110 ਨਜ਼ਮਾਂ ਨੇ ਤੇ ਜਿਹੜੀ ਗੰਜ ਇਹ ਸ਼ਹੀਦਾਂ ਹੈ ਉਹਦੇ ਚ 117 ਨਜ਼ਮਾਂ ਨੇ। ਉਹਦੇ ਬਾਰੇ ਅੱਲਾਹ ਯਾਰ ਖਾਂ ਜੋਗੀ ਇਹ ਸਾਰੀਆਂ ਚੀਜ਼ਾਂ ਜਿਹੜਾ ਕੁਝ ਉੱਥੇ ਵਾਪਰਿਆ ਉਹਨੂੰ ਬਿਆਨ ਕਰਦੇ ਆ। ਤੇ ਜਦੋਂ ਦਸ਼ਮ ਹਜ਼ੂਰ ਜੀ ਦਾ ਆਪਾਂ ਪਰਿਵਾਰ ਦੀ ਜਿਹੜੀ ਸ਼ਹਾਦਤ ਹੋਈ ਹੈ 22 ਦਸੰਬਰ 1704 ਤੋਂ ਲੈ ਕੇ 26 ਦਸੰਬਰ 1704 ਤੱਕ, ਮਤਲਬ ਕਰੀਬ ਜਿਹੜਾ ਇੱਕ ਹਫਤਾ ਹੈ 20 ਤੋਂ 26 ਦਸੰਬਰ 1704 ਦਾ। ਇਹਨੂੰ ਜੇਕਰ ਆਪਾਂ ਵੇਖੀਏ ਤਾਂ ਇਹਦੇ ਤਿੰਨ ਪੜਾਵ ਨੇ। ਪਹਿਲਾ ਪੜਾਵ ਹੈ ਤਿੰਨ ਇਹਦੇ ਚਰਨ ਨੇ, ਤਿੰਨ ਇਹਦੇ ਪੜਾਵ ਨੇ। ਪਹਿਲਾ ਪੜਾਵ ਇਹਦਾ ਆਨੰਦਪੁਰ ਦਾ ਕਿਲਾ ਛੱਡਣ ਤੋਂ ਲੈ ਕੇ ਪਰਿਵਾਰ ਵਿਛੋੜੇ ਤੱਕ। ਦੂਜਾ ਹੈ ਸਾਕਾ ਚਮਕੌਰ ਸਾਹਿਬ। ਤੀਜਾ ਹੈ ਸਾਕਾ ਸਰਹੰਦ। ਕਿਉਂਕਿ ਜਦੋਂ ਆਪਾਂ ਵੇਖਦੇ ਹਾਂ ਸਾਨੂੰ ਅਕਸਰ ਇਹੋ ਬਤਾਇਆ ਜਾਂਦਾ ਹੈ ਕਿ ਮਹਾਰਾਜ ਨੇ ਆਨੰਦਪੁਰ ਦਾ ਕਿਲਾ ਖਾਲੀ ਕੀਤਾ ਤੇ ਮਹਾਰਾਜ ਚਮਕੌਰ ਸਾਹਿਬ ਪਹੁੰਚ ਗਏ ਤੇ ਉੱਥੇ ਜੋ ਕੁਝ ਵੀ ਵਾਪਰਿਆ ਉਹਦੇ ਉੱਤੇ ਇਤਿਹਾਸ ਕਈ ਵਾਰੀ ਮੌਨ ਰਹਿ ਜਾਂਦਾ ਹੈ ਜਾਂ ਅਸੀਂ ਕਈ ਵਾਰੀ ਮੌਨ ਰਹਿ ਜਾਂਦੇ ਹਾਂ। ਪਰ ਅੱਜ ਆਪਾਂ ਉਹਨਾਂ ਪਰਤਾਂ ਨੂੰ ਫਰੋਲਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਕੁਝ ਉੱਥੇ ਵਾਪਰਿਆ। ਮੈਂ ਬਹੁਤਾ ਸਮਾਂ ਨਹੀਂ ਲਿਆਂਗਾ। ਰੀਕੈਪ ਚ ਆਪਾਂ ਛੋਟਾ ਜਿਹਾ ਇੱਕ ਬੈਕਗ੍ਰਾਉਂਡ ਲੈ ਲੈਂਦੇ ਹਾਂ। ਆਨੰਦਪੁਰ ਸਾਹਿਬ ਤੋਂ ਕਿਲਾ ਘੇਰੇ ਹੋਏ ਮੁਗਲ ਫੌਜ ਨੂੰ 8-9 ਮਹੀਨੇ ਹੋ ਚੁੱਕੇ ਨੇ ਤੇ ਕਿਲੇ ਦੇ ਅੰਦਰ ਰਸਦ ਤੇ ਪਾਣੀ ਸਭ ਕੁਝ ਮੁੱਕ ਚੁੱਕਿਆ ਹੈ। ਸਿੰਘਾਂ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਤੇ ਉਹ ਬੇਨਤੀ ਕਰ ਰਹੇ ਨੇ ਕਿ ਹੁਜ਼ੂਰ ਆਪਾਂ ਇਹ ਨਹੀਂ ਕਰ ਸਕਦੇ ਕਿਲਾ ਖੋਲੀਏ, ਕਿਲੇ ਦਾ ਦਰਵਾਜ਼ਾ ਆਪਾਂ ਖੋਲੀਏ ਤੇ ਸ਼ਹੀਦੀਆਂ ਪਾਈਏ, सीधे मैदाने जंग च लड़िए। वो कह रहे ने पातशाह ऐसो हाल हमरो पयो हाल चांद हमरो गल गयो कि पातशाह हुण ते हड्डियां भी गलन लग पईयां ने। ਸਿੰਘਾਂ ਨੇ ਇੱਥੇ ਤੱਕ ਨੌਬਤ ਆ ਗਈ ਕਿ ਆਪਣੇ ਜਿਹੜੇ ਕਾਇਲ ਘੋੜੇ ਸੀਗੇ ਉਹਨੂੰ ਟਟਕਾ ਕੇ ਚੱਕਣਾ ਪਿਆ ਤੇ ਉਸ ਤੋਂ ਬਾਅਦ ਆਪਣੇ ਪੱਟ ਦਾ ਆਪਣੀ ਜਾਂਗ ਦਾ ਮਾਸ ਆਪੇ ਕੱਟ ਕੇ ਸਿੰਘਾਂ ਨੂੰ ਛਕਣਾ ਪਿਆ। ਪਤਿਆਂ ਨੂੰ ਬਾਲਣ ਵਾਂਗ ਬਾਲ ਕੇ ਉਹਨਾਂ ਦਾ ਰਸ ਪੀਣਾ ਪਿਆ। ਤੇ ਉਸ ਤੋਂ ਬਾਅਦ ਇੱਕ ਕਾਜ਼ੀ ਹੈ ਵਲੀ ਹਸਨ,
ਉਸ ਤੋਂ ਪਹਿਲਾਂ ਪੰਡਿਤ ਪਰਮਾਨੰਦ ਗਊ ਦੀ ਕਸਮ ਲੈ ਕੇ ਆਂਦਾ ਹਜ਼ੂਰ ਦੇ ਕੋਲ ਤੇ ਕਹਿੰਦਾ ਪਾਤਸ਼ਾਹ ਕਿਲਾ ਖਾਲੀ ਕਰ ਦਿਓ। ਤੇ ਪਾਤਸ਼ਾਹ ਨੂੰ ਪਤਾ ਸੀਗਾ ਕਿ ਇਹ ਨਾ ਇਹਨਾਂ ਦਾ ਅਤਬਾਰ ਨਹੀਂ ਕੀਤਾ ਜਾ ਸਕਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਪੰਡਿਤ ਪਰਮਾਨੰਦ ਨੇ ਜਦੋਂ ਗਊ ਦਿੱਤੀ, ਗਊ ਦੀ ਸੌਗੰਧ ਖਾਈ ਤੇ ਹਜ਼ੂਰ ਨੇ ਫਿਰ ਮਾਤਾ ਗੁਜਰ ਕੌਰ ਦੀ ਨਾਲ ਚਰਚਾ ਕੀਤੀ ਤੇ ਉਹਨਾਂ ਦਾ ਝੂਠ ਦਿਖਾਉਣ ਲਈ ਗੱਡਿਆਂ ਦੇ ਉੱਤੇ ਵੇਸਟੇਜ ਸਮਾਨ ਭਰ ਕੇ ਆधी ਰਾਤੀ ਕਿਲੇ ਤੋਂ ਪਾਰ ਕਰ ਦਿੱਤਾ। ਮੁਗਲ ਫੌਜ ਨੇ ਹਮਲਾ ਕਰ ਦਿੱਤਾ। ਇਹ ਆਪਾਂ ਸਾਰਿਆਂ ਨੂੰ ਪਤਾ ਹੈ। ਤੇ ਉਸ ਤੋਂ ਬਾਅਦ ਫਿਰ ਹਜ਼ੂਰ ਕਿਲਾ ਖਾਲੀ ਕਿਉਂ ਕਰਦੇ ਨੇ, ਇਹ ਵੱਡੀ ਗੱਲ ਹੈ। ਕਾਜ਼ੀ ਵਲੀ ਹਸਨ ਮੁਗਲਿਆ ਫੌਜ ਵੱਲੋਂ ਆਉਂਦਾ ਹੈ। ਜੋਗੀ ਸਾਹਿਬ ਲਿਖਦੇ ਨੇ इतने में इत्तला हुई काशिद एक आया है। काशिद माने संदेश वाहक दूत। इतने में इत्तला हुई काशिद एक आया है, सरहिंद के नवाब का पैगाम लाया है। हुजूर कहते ने सतगुरु ने दे के हौसला पूछा ये प्यार से, पैगाम क्या तू लाया है फौजे शरार से। कहने लगा हुजूर का रुतबा बुलंद हो, नानक की शान 10वें गुरु में दुचंद हो। हाजी हो एक जमाने के तुम नदरमंद हो, कीजिए मुआफ बात अगर ना पसंद हो। फौजों को साथ लेके किले से सिधारिए, वाहे गुरु की फतह का नारा पुकारिए। ਉਹ ਕਹਿੰਦਾ ਕਿ ਵੀ ਪਾਤਸ਼ਾਹ ਤੁਸੀਂ ਬਸ ਕਿਲੇ ਨੂੰ ਨਾ ਖਾਲੀ ਕਰ ਦਿਓ ਇੱਥੋਂ। ਤੇ ਮਹਾਰਾਜ ਕਿਲਾ ਕਿਉਂ ਖਾਲੀ ਕਰਦੇ ਨੇ? ਕੁਝ ਲੋਕ ਇਹ ਗੱਲ ਕਹਿੰਦੇ ਨੇ ਕਿ ਬਈ ਜੇਕਰ ਮਹਾਰਾਜ ਕਿਲਾ ਖਾਲੀ ਕਰ ਦਿੰਦੇ ਔਰੰਗਜ਼ੇਬ ਦੀ ਗੱਲ ਮੰਨ ਕੇ ਤਾਂ ਕਿੰਨਾ ਚੰਗਾ ਹੁੰਦਾ। ਪਰ ਗੱਲ ਇਹ ਸੀ ਕਿ ਉਹ ਕੁਰਾਨ ਪਾਕ ਸਾਜ਼ੇ ਲਾਇਆ ਸੀ ਜਿਹਦੇ 'ਚ ਗੁਰੂ ਘਰ ਨਾਲ ਜੁੜੇ ਹੋਏ ਕਈ ਮੁਸਲਮਾਨਾਂ ਦੀ ਵੀ ਸ਼ਰਧਾ ਉਹਦੇ ਉੱਤੇ ਟਿਕੀ ਹੋਈ ਸੀ। ਪਰ ਇਤਿਹਾਸ ਮਹਾਰਾਜ ਨੂੰ ਉਦੋਂ ਦੋਸ਼ੀ ਦੱਸਦਾ ਜੇਕਰ ਮਹਾਰਾਜ किला खाली नहीं कर देता। पर हुजूर जानते सीगे जेकर मैं किला खाली कर देंगा कि मिलकर दगा करेंगे ये मैं वादे के रंग में, समझेंगे हम भी क्या हुआ मैदान जंग में। हुजूर ਨੂੰ ਕਿਹਾ ਜਾਂਦਾ ਹੈ ਕਿ ਵੀ ਠੀਕ ਹੈ ਆਪ ਜੀ ਕਿਲਾ ਖਾਲੀ ਕਰ ਦਿਓ ਤੇ ਆਪ ਜੀ ਨੂੰ ਸੁਰੱਖਿਅਤ ਪਰਿਵਾਰ ਸਮੇਤ ਬਾਹਰੋਂ ਜਾਣ ਦਿੱਤਾ ਜਾਵੇਗਾ। ਮਹਾਰਾਜ ਕਿਲਾ ਖਾਲੀ ਕਰਦੇ ਨੇ। ਜੋਗੀ ਸਾਹਿਬ ਇੰਨਾ ਸੋਹਣਾ ਬਿਆਨ ਕਰਦੇ ਨੇ ਉਸ ਦ੍ਰਿਸ਼ ਦੇ ਬਾਰੇ ਕਿ ਲਲਕਾਰੇ ਫੌਜ ਸੇ ਇੱਕ ਕਿਲੇ ਸੇ ਨਿਕਲ ਚਲੋ, दुश्मन से होशियार रहो और संभल चलो। 21 दिसंबर 1704 ਦੀ ਰਾਤ ਨੂੰ हुजूर ने परिवार ਤੇ मुरीदा समेत आनंदपुर का किला खाली कर ਦਿੱਤਾ। तारों की छांव किले से सतगुर रवां हुए, कसके कमर सवार थे सारे जवां हुए। आगे लिए निशान, निशान माने निशान साहिब, आगे लिए निशान कई शेरे यहाँ हुए। शेरे यहाँ यानी गुस्से नाल भरिया होया शेर। आगे लिए निशान कई शेरे यहाँ हुए, कुछ पीछे जाने सार गुरु दरमियां हुए। कुछ सिंह पीछे ने, कुछ आगे निशान साहब लेके ने ते हुजूर विचे ने। चारों पिसर हुजूर के हमराह सवार थे, जोरावर और फतेह अजीतो जुझार से। सिंहों की माएं साथ थी सतगुर की मां के साथ, थी हम रकाब शेरनी शेरे यहाँ के साथ। गर्जे की कूच कर दिया कुल खानदान के साथ, लुक छुप के नहीं दब के नहीं, गर्ज के वंगार के। गर्जे की कूच कर दिया कुल खानदान के साथ, क्या बावफा मुरीद थे। किन्ने वफादार मुरीद सीगे, क्या बावफा मुरीद थे पीरे जमा के साथ। सतगुर जहां अपना पसीना गिराते थे, सिंह उस जगह अपना लहू तक बहाते थे। देखा फर्श रौनक किन्नी है महाराज दी जदों किला खाली कर रहे ने। फर्श कहंदे ने घोड़ा। देखा फर्श पे जिस घड़ी आली जनाब को, ऊंची शान वाले पीर ਨੂੰ ਜਦੋਂ ਘੋੜੇ ਤੇ ਵੇਖਿਆ, देखा फर्श पे जिस घड़ी आली जनाब को, पा बोसियों की पड़ गई। पा माने चरण, बोसा माने चुमना। सिंह चरण चुमन लग पए हुजूर दे। पाबोसियों की पड़ गई हर शेख व शाब को, हर एक बुढ़े ते जवान बंदे ਨੂੰ कदमों को चूमता था कोई सिख रकाब को। रकाब माने ਜਿਹਦੇ ਵਿੱਚ ਪੈਰ ਫਸਾਇਆ ਹੁੰਦਾ ਹੈ ਘੋੜੇ ਦੀ ਕਾਠੀ ਦੇ ਉੱਤੇ ਤੇ ਕੋਈ ਕਦਮ ਚੁੰਮ ਰਿਹਾ ਹੈ, ਕੋਈ ਹੁਜ਼ੂਰ ਦੀ ਰਕਾਬ ਚੁੰਮ ਰਿਹਾ ਹੈ। कदमों को चूमता था कोई सिंह रकाब को, ते किर जाप रहा है घेरा हुआ सितारों ने था महताब को। जिवें सितारों ने चन्न ਨੂੰ घेरा होया होए। जलवा जो था फलक पर वही था जहान पर, पहुंची हुई थी रन की जमी आसमान पर। ਤੇ ਹੁਣ ਜੋਗੀ ਸਾਹਿਬ ਆਗੇ ਲਿਖਦੇ ਨੇ ਕਿ ਜਦੋਂ ਆਗੇ ਜਾ ਕੇ ਹਮਲਾ ਹੁੰਦਾ ਹੈ ਕਿ ਉਹਦੇ ਬਾਅਦ ਮਤਲਬ ਪਾਸ਼ਾ ਆਪਣੇ ਬੱਚਿਆਂ ਦੇ ਨਾਲ ਜਾਂਦੇ ਨੇ। ਸਰਸਾ ਨਦੀ ਤੇ ਮੁਗਲਿਆ ਫੌਜ ਹਮਲਾ ਕਰਦੀ ਹੈ ਤੇ ਉੱਥੇ ਕੀ ਕੁਝ ਵਾਪਰਦਾ ਹੈ ਕਿ ਸਰਸਾ ਦੇ ਇਸ ਪਾਰ ਵੀ ਲੜਾਈ ਹੋ ਰਹੀ ਹੈ, ਸਰਸਾ ਦੇ ਉਸ ਪਾਰ ਵੀ ਲੜਾਈ ਹੋ ਰਹੀ ਹੈ, ਸਰਸਾ ਜਿੱਥੇ ਪਾਰ ਕੀਤੀ ਜਾ ਰਹੀ ਹੈ ਉਸ ਪਾਸੇ ਵੀ ਲੜਾਈ ਹੋ ਰਹੀ ਹੈ। ਮਤਲਬ ਜਦੋਂ ਕੋਈ ਸਾਡੇ ਕੋਲ ਵੱਧ ਸਮਾਂ ਹੋਇਆ ਤਾਂ ਉਹਦੇ ਉੱਤੇ ਗੱਲ ਕਰਾਂਗੇ। ਫਿਲਹਾਲ ਆਪਾਂ ਇਹ ਦੇਖਦੇ ਹਾਂ ਕਿ ਸਰਸਾ ਨਦੀ ਤੇ ਤੂਫਾਨ ਆਇਆ ਤੇ ਪਰਿਵਾਰ ਵਿਛੋੜਾ ਹੋ ਗਿਆ ਹੁਜ਼ੂਰ ਦਾ। ਪਰਿਵਾਰ ਵਿਛੋੜਾ ਹੋਣ ਤੋਂ ਬਾਅਦ ਸਾਨੂੰ ਲੱਗਦਾ ਹੈ ਕਿ ਹੁਜ਼ੂਰ ਜਿਹੜੇ ਨੇ ਸਿੱਧੇ ਪਹੁੰਚ ਗਏ ਚਮਕੌਰ ਸਾਹਿਬ, ਪਰ ਮਹਾਰਾਜ ਸਿੱਧੇ ਚਮਕੌਰ ਸਾਹਿਬ ਨਹੀਂ ਸੀ ਪਹੁੰਚੇ। ਪਰਿਵਾਰ ਵਿਛੋੜੇ ਤੋਂ ਬਾਅਦ
ਕਿ ਜਦੋਂ ਸਿੰਘ ਪਰੇਸ਼ਾਨ ਹੋ ਜਾਂਦੇ ਨੇ ਕਿ ਹਾਂ ਬਈ ਹਜ਼ੂਰ ਦਾ ਪਰਿਵਾਰ ਵਿਛੜ ਗਿਆ, ਤੇ ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸਿੰਘ ਪਰਿਵਾਰ ਵਿਛੋੜਾ ਹੋਣ ਤੋਂ ਬਾਅਦ ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਜੋਗੀ ਸਾਹਿਬ ਕਿੰਨਾ ਸੁੰਦਰ ਬਿਆਨ ਕਰਦੇ ਨੇ ਕਿ ਫੌਰਨ ਮਰਾਕਬੇ ਮੈਂ ਗਏ ਪੀਰ ਖੁਸ਼ ਖਿਆਲ। ਮਰਾਕਬਾ ਕਹਿੰਦੇ ਨੇ ਧਿਆਨ ਦੇ ਵਿੱਚ, ਖੁਸ਼ ਖਿਆਲਾਂ ਵਾਲਾ ਪੀਰ ਦਸ਼ਮੇਸ਼ ਹਜ਼ੂਰ ਧਿਆਨ ਮੁਦਰਾ ਦੇ ਵਿੱਚ ਜਾਂਦੇ ਨੇ। 14 ਤਬਕਾ ਕਰ ਲਿਆ ਮਾਲੂਮ ਪਰ ਮੈਂ ਹਾਲ, ਤਬਕ ਮਾਨੇ ਦਿਸ਼ਾਵਾਂ, 14 ਦਿਸ਼ਾਵਾਂ ਦਾ ਹਰੇਕ ਦਿਸ਼ਾ ਦਾ ਹਾਲ ਇੱਕ ਪਲ ਦੇ ਵਿੱਚ ਮਾਲੂਮ ਕਰ ਲਿਆ। ਫੌਰਨ ਮਰਾਕਬੇ ਮੈਂ ਗਏ ਪੀਰ ਖੁਸ਼ ਖਿਆਲ, ਮਤਲਬ ਮੈਂ ਬੜਾ ਸ਼ਾਰਟ ਦੇ ਵਿੱਚ ਦੱਸਣ ਲੱਗਾ ਆਪ ਜੀ ਨੂੰ। फौरन मराकबे में गए पीर खुश ख्याल, 14 तबक्का कर लिया मालूम पल में हाल, फुरमाए जान निसारों से क्यों होते हो निढाल, माता के साथ चल दिए कुर्बान होने लाल। जो छोटे साहिबजादे ने वो माता जी के साथ शहीद होने लगे चले गए। बुनियाद में धर्म की चुनेंगे उदू उन्हें, उदू मन दुश्मन, बुनियाद में धर्म की चुनेंगे उदू उन्हें, करतार चाहता है करे सुरखुरु उन्हें। आगे की कहते ने, हमने भी उस मुकाम पर जाना है जल्द कर, जिस जा पर, जा माने जगह, जिस जा पर तुमको अपने कटाने पड़ेंगे सर, होंगे शहीद लड़कर ये बाकी के दो पिसर, रह जाऊंगा अकेला मैं कल तक लुटा के घर। पहले बाप कटाया अब बच्चे कटाऊंगा, नानक का बाग खूने जिगर से खिलाऊंगा। ਉਸ ਤੋਂ ਬਾਅਦ ਹਜ਼ੂਰ ਕੋਟਲਾ ਨਿਹੰਗ ਖਾਨ ਜਾਂਦੇ ਨੇ। ਕੋਟਲਾ ਨਿਹੰਗ ਖਾਨ ਨੂੰ ਸੁਨੇਹਾ ਭੇਜਦੇ ਨੇ। ਉਹਦੇ ਤੇ ਕੋਟਲਾ ਨਿਹੰਗ ਖਾਨ ਸਿੱਖ ਹਿਸਟਰੀ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਕੈਰੈਕਟਰ ਹੈ, ਜਿਹਦੇ ਬਾਰੇ ਅਸੀਂ ਬਹੁਤ ਕਮ ਜਾਣਦੇ ਹਾਂ। ਇਹਦਾ ਜਿਹੜਾ ਵੱਡਾ ਵਡੇਰਾ ਸੀ, ਇਹਨਾਂ ਦੇ ਜਿਹੜੇ ਵੰਸ਼ਜ ਸੀਗੇ, ਉਹ ਸੀ ਸੁਲੇਮਾਨ ਖਾਨ। ਇਹ ਜਦੋਂ ਹੁਮਾਯੂੰ ਪਹਿਲਾਂ ਹਿੰਦੁਸਤਾਨ ਨੂੰ ਛੱਡ ਕੇ ਉਹਨੂੰ ਜਾਣਾ ਪਿਆ, ਜਦੋਂ ਸੂਰਵੰਸ਼ ਇੱਥੇ ਆਇਆ ਤੇ 15 ਸਾਲ ਬਾਅਦ ਜਦੋਂ ਹੁਮਾਯੂੰ ਨੇ ਦੁਬਾਰਾ ਹਮਲਾ ਕੀਤਾ ਤੇ ਉਹਦੇ ਨਾਲ ਆਇਆ ਸੀ ਸੁਲੇਮਾਨ ਖਾਨ। ਤੇ ਸੁਲੇਮਾਨ ਖਾਨ ਦਾ ਬੇਟਾ ਸੀ ਸੁਲਤਾਨ ਖਾਨ, ਸੁਲਤਾਨ ਖਾਨ ਦਾ ਬੇਟਾ ਸੀ ਨੌਰੰਗ ਖਾਨ। ਇਹ ਉਹ ਨੌਰੰਗ ਖਾਨ ਸੀ ਜਿਹਦਾ ਗੁਰੂ ਹਰਗੋਬਿੰਦ ਪਾਤਸ਼ਾਹ ਛਠੇ ਗੁਰੂ ਸਾਹਿਬ ਦੇ ਦਰਬਾਰ 'ਚ ਆ ਕੇ ਸਿੰਘ ਸਜਿਆ ਸੀ, ਮਤਲਬ ਉਹਨਾਂ ਦਾ ਸਿੱਖ ਬਣਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਉਸ ਸਮਾਂ ਤੋਂ ਮਤਲਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦੇ ਤੋਂ ਇਹਨਾਂ ਦਾ ਲਗਾਵ, ਇਸ ਪਰਿਵਾਰ ਦਾ ਲਗਾਵ ਗੁਰੂ ਘਰ ਦੇ ਨਾਲ ਸੀ। ਤੇ ਗੁਰੂ ਉਹ ਜਿਹੜਾ ਸੀ ਨੌਰੰਗ ਖਾਨ, ਨੌਰੰਗ ਖਾਨ ਦਾ ਬੇਟਾ ਸੀ ਨਿਹੰਗ ਖਾਨ। ਇਸ ਨਿਹੰਗ ਖਾਨ ਦਾ ਬੇਟਾ ਸੀ ਆਲਮ ਖਾਨ ਤੇ ਬੀਬੀ ਮੁਮਤਾਜ਼। ਇਹਨਾਂ ਦੀ ਗੱਲ ਅੱਗੇ ਆਪਾਂ ਕਰਦੇ ਹਾਂ। ਤੇ ਨਿਹੰਗ ਖਾਨ ਦੇ ਜਦੋਂ ਘਰ ਮਹਾਰਾਜ ਪਹੁੰਚਦੇ ਨੇ, ਉਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਮਲਕਪੁਰ ਰੰਗੜੇ ਵਾਲੇ ਪਾਸੇ ਜਿੱਥੇ ਭਾਈ ਬਚਿੱਤਰ ਸਿੰਘ ਜੀ 100 ਸਿੰਘਾਂ ਦੇ ਨਾਲ ਜੂਝ ਰਹੇ ਸੀ, 100 ਕੇ 100 ਉਹਨਾਂ ਦੇ ਸਾਥੀ ਸ਼ਹੀਦ ਹੋ ਚੁੱਕੇ ਨੇ। ਤੇ ਭਾਈ ਬਚਿੱਤਰ ਸਿੰਘ ਨੂੰ ਇੰਨੇ ਫਟ ਵਜੇ ਨੇ ਕਿ ਉਹ ਘਾਇਲ ਅਵਸਥਾ 'ਚ ਨੇ ਤੇ ਉਹ ਆ ਵੀ ਨਹੀਂ ਸਕਦੇ। ਤੇ ਮਹਾਰਾਜ ਭਾਈ ਬਚਿੱਤਰ ਸਿੰਘ ਨੂੰ ਲਾਣਾ ਜ਼ਰੂਰੀ ਸੀ, ਉਹਨਾਂ ਦੇ ਸਾਹ ਕੁਝ ਰਹਿ ਗਏ ਸੀ। ਤੇ ਉਹਨਾਂ ਨੂੰ ਲੈਣ ਲਈ ਕਿਹਨੂੰ ਭੇਜਦੇ ਨੇ? ਆਪਣੇ ਪੁੱਤ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ। ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਆਉਂਦੇ ਨੇ, ਉਹ ਘਾਇਲ ਅਵਸਥਾ 'ਚ ਸੀਗੇ। ਤੇ ਕੋਟਲਾ ਨਿਹੰਗ ਖਾਨ ਦੇ ਘਰ 'ਚ ਜਦੋਂ ਭਾਈ ਬਚਿੱਤਰ ਸਿੰਘ ਨੂੰ ਰੱਖਿਆ ਜਾਂਦਾ ਹੈ ਤੇ ਉਹਨੂੰ ਇੱਕ ਕਮਰੇ 'ਚ ਬੰਦ ਕਰਕੇ ਭਾਈ ਬਚਿੱਤਰ ਸਿੰਘ ਨੂੰ ਰੱਖਿਆ ਜਾਂਦਾ ਹੈ। ਤੇ ਖੂਨ ਇੰਨਾ ਵਹਿ ਰਿਹਾ ਸੀ ਕਿ ਜਿਹੜੀ ਸ਼ੌਲ ਉਹਨਾਂ ਦੇ ਸਰੀਰ ਤੇ ਲਾਈ ਜਾਂਦੀ ਹੈ ਉਹ ਲਾਲ ਹੋ ਜਾਂਦੀ ਹੈ, ਲਹੂ ਦੇ ਨਾਲ ਭਿੱਜ ਜਾਂਦੀ ਹੈ। ਤੇ ਕੋਟਲਾ ਨਿਹੰਗ ਖਾਨ ਦੇ ਪਰਿਵਾਰ ਨੇ ਸਿੰਘਾਂ ਦੀ ਮਰਹਮ ਪੱਟੀ ਕੀਤੀ ਤੇ ਉਹਦੇ ਬਾਅਦ ਉਹਨਾਂ ਨੂੰ ਰੁਕਣ ਦਾ ਆਗਰਹ ਕੀਤਾ, ਪਰ ਮਹਾਰਾਜ ਨੇ ਮਨਾ ਕਰਤਾ ਕਿ ਨਹੀਂ, ਇਹ ਤੇਰੇ ਪਰਿਵਾਰ ਨੂੰ ਵੀ ਖਤਮ ਕਰ ਦਿਆਂਗੇ। ਤੇ ਮਹਾਰਾਜ ਉੱਥੋਂ ਚਲੇ ਜਾਂਦੇ ਆ। ਤੇ ਥੋੜੀ ਦੇਰ ਪਿੱਛੋਂ ਜ਼ਬਰ ਖਾਨ ਆਉਂਦਾ, ਰੋਪੜ ਦਾ ਨਵਾਬ, ਤੇ ਉਹ ਕਹਿੰਦਾ ਹੁਕੂਮਤ ਦੇ ਬਾਗੀ ਇੱਥੇ ਆਏ ਸਨ। ਕੋਟਲਾ ਨਿਹੰਗ ਖਾਨ ਕਹਿੰਦਾ ਇੱਥੇ ਕੋਈ ਵੀ ਨਹੀਂ ਆਇਆ। ਇੱਥੇ ਗੌਰ ਕਰਿਓ, ਸਿੱਖੀ 'ਚ ਨਾ ਸਚਿਆਰ ਦਾ ਸਿਧਾਂਤ ਹੈ। ਮਤਲਬ ਸਚਿਆਰ ਦਾ ਮਤਲਬ ਇਹ ਨਹੀਂ ਹੈ ਕਿ ਜ਼ਬਾਨ ਸੱਚ ਬੋਲੇ। ਸਚਿਆਰ ਦਾ ਮਤਲਬ ਇਹ ਹੈ ਕਿ ਭਾਵਨਾ ਜਿਹੜੀ ਹੈ ਨਾ ਉਹ ਸੱਚ ਦੀ ਛਿਪੀ ਹੋਈ। ਕਿਉਂਕਿ ਸੱਚ ਤੇ ਗੰਗੂ ਨੇ ਹੀ ਬੋਲਿਆ ਸੀ ਕਿ ਮੇਰੇ ਕੋਲ ਛੋਟੇ ਸਾਹਿਬਜ਼ਾਦੇ ਪਏ ਨੇ, ਮੇਰੇ ਘਰ ਦੇ ਕੋਲ, ਮੇਰੇ ਘਰ ਠਹਿਰੇ ਨੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ। ਉਹਦੀ ਜ਼ੁਬਾਨ ਸੱਚੀ ਸੀਗੀ ਪਰ ਉਹਦੀ ਭਾਵਨਾ ਝੂਠੀ ਸੀਗੀ। ਪਰ ਕੋਟਲਾ ਨਿਹੰਗ ਖਾਨ ਦੀ ਜ਼ਬਾਨ ਝੂਠ ਬੋਲ ਰਹੀ ਹੈ ਪਰ ਉਹਦੀ ਭਾਵਨਾ ਕਿੰਨੀ ਸੱਚੀ ਹੈ, ਆ ਕੇ ਦੇਖਿਓ। ਜਦੋਂ ਜ਼ਬਰ ਖਾਨ ਆਉਂਦਾ ਹੈ, ਉਹ ਕਹਿੰਦਾ ਹੁਕੂਮਤ ਦੇ ਬਾਗੀ ਆਏ ਸਨ, ਉਹਨਾਂ ਨੇ ਘਰ ਸਾਫ਼ ਕਰ ਦਿੱਤਾ ਸੀ। ਉਹ ਕਹਿੰਦਾ ਕੋਈ ਵੀ ਨਹੀਂ ਸੀ ਆਇਆ। ਉਹ ਕਹਿੰਦਾ ਉਸ ਕਮਰੇ 'ਚ ਕੌਣ ਹੈ? ਇੱਕ ਕਮਰੇ 'ਚ ਭਾਈ ਬਚਿੱਤਰ ਸਿੰਘ ਸੀਗੇ ਘਾਇਲ ਅਵਸਥਾ 'ਚ, ਤੇ ਉਹਨਾਂ ਦੀ ਸੇਵਾ ਕਰ ਰਹੀ ਸੀਗੀ ਨਿਹੰਗ ਖਾਨ ਦੀ ਬੇਟੀ ਬੀਬੀ ਮੁਮਤਾਜ਼। ਇਹ ਉਹ ਬੀਬੀ ਮੁਮਤਾਜ਼ ਸੀ ਜਿਹਦੀ ਸ਼ਾਦੀ ਬੱਸੀ ਪਠਾਨਾਂ ਦੇ ਇੱਕ ਪਠਾਨ ਦੇ ਨਾਲ ਤੈਅ ਹੋਈ ਸੀ, ਜਿਹੜਾ ਮੁਗਲਿਆ ਫੌਜ ਦੇ ਵਿੱਚ ਵੱਡਾ 5000 ਸਿਪਾਹੀ ਸਾਲਾਰ ਸੀ। ਤੇ ਨਿਹੰਗ ਖਾਨ ਕਹਿੰਦਾ ਉਸ ਕਮਰੇ 'ਚ ਮੇਰੀ ਬੇਟੀ ਤੇ ਮੇਰਾ ਦਮਾਦ ਪਏ ਹੋਏ ਨੇ। ਮਤਲਬ ਉਹ ਇੰਨਾ ਵੱਡਾ ਦਰਜਾ ਦੇ ਕੇ, ਇੰਨਾ ਵੱਡਾ ਝੂਠ ਆਪਾਂ ਕਹਿ ਸਕਦੇ ਹਾਂ ਇੱਕ ਜ਼ੁਬਾਨ 'ਚੋਂ ਬੋਲਦਾ ਹੈ, ਪਰ ਉਹਦੀ ਭਾਵਨਾ ਕਿੰਨੀ ਸੱਚੀ ਹੈ। ਤੇ ਜ਼ਬਰ ਖਾਨ ਰੋਪੜ ਦਾ ਨਵਾਬ ਅੱਗੇ ਨਹੀਂ ਗਿਆ।
रुक गया कि भाई हाँ ਇਹਦੀ ਧੀ ਤੇ ਇਹਦਾ ਦਮਾਦ ਨੇ ਪਰਿਵਾਰ ਦਾ ਮਸਲਾ ਹੈ ਉਹ ਵਾਪਸ ਚਲਾ ਗਿਆ। ਤੇ ਬੀਬੀ ਮੁਮਤਾਜ਼ ਦੀ ਕੁਰਬਾਨੀ ਕਿੰਨੀ ਵੱਡੀ ਹੈ। ਰਾਤ ਦੇ ਕਿਸੇ ਪੈਰ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਜਾਂਦੇ ਨੇ, ਉਹਨਾਂ ਦੇ ਪ੍ਰਾਣ ਅਕਾਲ ਚਲਾਣਾ ਕਰ ਜਾਂਦੇ ਨੇ। ਪਰ ਬੀਬੀ ਮੁਮਤਾਜ਼ ਕੁਛ ਚਿਰ ਬਾਅਦ ਜਦੋਂ ਮਾਹੌਲ ਸ਼ਾਂਤ ਹੋ ਜਾਂਦਾ ਹੈ ਤੇ ਨੌਰਨ ਖਾਨ ਆਪਣੀ ਧੀ ਨੂੰ ਕਹਿੰਦਾ ਹੈ ਕਿ ਬੇਟੀ ਹੁਣ ਤੇਰਾ ਨਿਕਾਹ ਆਪਾਂ ਕਰਵਾ ਦਈਏ, ਤੇਰੀ ਮੰਗਣੀ ਹੋ ਚੁੱਕੀ ਹੈ। ਤੇ ਬੀਬੀ ਮੁਮਤਾਜ਼ ਕਹਿੰਦੀ ਹੈ ਕਿ ਪਿਤਾ ਜੀ ਕਿਹੜਾ ਵਿਆਹ। ਜਿਸ ਵਕਤ ਤੁਹਾਨੂੰ ਯਾਦ ਨਹੀਂ ਹੈ ਕਿ ਜਦੋਂ ਭਾਈ ਬਚਿੱਤਰ ਸਿੰਘ ਘਾਇਲ ਹਾਲਾਤ 'ਚ ਸੀਗੇ, ਤੁਸੀਂ ਕਿਹਾ ਸੀ ਕਿ ਉਸ ਕਮਰੇ 'ਚ ਮੇਰੀ ਬੇਟੀ ਤੇ ਮੇਰਾ ਦਮਾਦ ਪਿਆ ਹੈ। ਮੈਂ ਤਾਂ ਉਸੇ ਵਕਤ ਉਹਨੂੰ ਆਪਣਾ ਸਿਰ ਦਾ ਸਾਈਂ ਮੰਨ ਲਿਆ ਸੀ। ਤੇ ਉਹ ਬੀਬੀ ਮੁਮਤਾਜ਼ ਨੇ ਪੂਰੀ ਜ਼ਿੰਦਗੀ ਆਪਣਾ ਵਿਆਹ ਨਹੀਂ ਸੀ ਕਰਾਇਆ। ਤੇ ਉਸ ਤੋਂ ਬਾਅਦ ਹੁਜ਼ੂਰ ਦਸ਼ਮ ਪਾਤਸ਼ਾਹ ਜੀ ਅੱਗੇ ਜਾਂਦੇ ਨੇ ਨਿਹੰਗ ਖਾਨ ਤੋਂ ਚੱਲ ਕੇ ਬੜੂ ਮਾਜਰਾ ਪਿੰਡ ਜਾਂਦੇ ਨੇ, ਬੂੜ ਮਾਜਰਾ ਪਿੰਡ ਜਾਂਦੇ ਨੇ, ਉੱਥੇ ਆਪਣੇ ਘੋੜਿਆਂ ਨੂੰ ਪਾਣੀ ਪਿਲਾਉਂਦੇ ਨੇ। ਉੱਥੇ ਮਜਾਰੀ ਅੱਗੇ ਇੱਕ ਪਿੰਡ ਹੈ ਮਜਾਰੀ ਰੋਪੜ 'ਚ, ਉੱਥੇ ਜਾਂਦੇ ਨੇ ਤੇ ਉੱਥੇ ਭਾਈ ਦਇਆ ਸਿੰਘ ਨੂੰ ਭੇਜ ਕੇ ਸੁਨੇਹਾ ਭੇਜਦੇ ਨੇ ਚਮਕੌਰ ਦੇ ਵਿੱਚ। ਚਮਕੌਰ 'ਚ ਪਾਤਸ਼ਾਹ ਪਹਿਲੀ ਵਾਰ ਨਹੀਂ ਸੀ ਆਏ, ਦੂਜੀ ਵਾਰੀ ਆਏ ਸੀ। ਇਸ ਤੋਂ ਪਹਿਲਾਂ ਵੀ ਇੱਕ ਵਾਰੀ ਆਏ ਸੀ, ਇੱਕ ਕੁਰੂਕਸ਼ੇਤਰ ਤੋਂ ਹੁੰਦੇ ਹੋਏ ਆਏ ਸੀ ਜਦੋਂ ਇੱਕ ਜੰਗ ਹੋਈ ਸੀ ਉਸ ਤੋਂ ਬਾਅਦ। ਤੇ ਭਾਈ ਦਇਆ ਸਿੰਘ ਨੂੰ ਭੇਜਦੇ ਨੇ ਬੁੱਧੀ ਚੰਦ ਰਾਵਤ ਦੇ ਘਰ। ਦੋ ਭਰਾ ਸੀ, ਗੁਲਾਬ ਚੰਦ ਰਾਵਤ ਤੇ ਬੁੱਧੀ ਚੰਦ ਰਾਵਤ, ਬੁੱਧੀ ਚੰਦ ਰਾਵਤ ਤੇ ਗਰੀਬ ਚੰਦ ਰਾਵਤ। ਇਹਨਾਂ ਦਾ ਝਗੜਾ ਸੀ ਆਪਸ 'ਚ। ਤੇ ਬੁੱਧੀ ਚੰਦ ਰਾਵਤ ਗੁਰੂ ਘਰ ਨਾਲ ਮਿਲਾ ਹੋਇਆ ਸੀ, ਬਹੁਤ ਸਤਿਕਾਰ ਕਰਦਾ ਸੀ ਗੁਰੂ ਘਰ ਦਾ। ਤੇ ਉਹਦੇ ਕੋਲ ਭੇਜਦੇ ਨੇ ਬੁੱਧੀ ਚੰਦ ਰਾਵਤ ਨੂੰ। ਤੇ ਉਹਦੇ ਬਾਅਦ ਮਹਾਰਾਜ ਖੁਦ ਤੁਰ ਪੈਂਦੇ ਨੇ ਚਮਕੌਰ ਵੱਲ। ਤੇ ਜਦੋਂ ਮਹਾਰਾਜ ਚਮਕੌਰ ਵੱਲ 40 ਸਿੰਘਾਂ ਦੋ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਪਹੁੰਚਦੇ ਨੇ, ਉਦੋਂ ਬੁੱਧੀ ਚੰਦ ਰਾਵਤ ਆਂਦਾ ਹੈ, ਚਰਨਾਂ ਦੇ ਵਿੱਚ ਮਸਤਕ ਰੱਖਦਾ ਹੈ ਤੇ ਆਗ੍ਰਹ ਕਰਦਾ ਹੈ, ਪਾਤਸ਼ਾਹ ਤੁਸੀਂ ਮੇਰੇ ਘਰ ਚਲੋ। ਪਾਤਸ਼ਾਹ ਕਹਿੰਦੇ ਨਹੀਂ। ਉਹ ਕਹਿੰਦੇ ਕਿ ਬਈ ਮੈਨੂੰ ਤਾਂ ਕਿਹੜੀ ਖਤਾ ਹੋ ਗਈ ਹੁਜ਼ੂਰ, ਤੁਸੀਂ ਮੇਰੇ ਘਰ ਦੇ ਵਿੱਚ ਆਪਣਾ ਕਿਆਮ ਕਰੋ, ਮਤਲਬ ਮੇਰੇ ਘਰ ਦੇ ਵਿੱਚ ਵਿਸ਼ਰਾਮ ਕਰੋ ਆਪਣੇ ਸਿੰਘਾਂ ਨੂੰ ਲੈ ਕੇ। ਮਹਾਰਾਜ ਕਹਿੰਦੇ ਨੇ ਨਹੀਂ, ਤੂੰ ਸਾਡੇ ਲਈ ਜੇਕਰ ਕੁਝ ਕਰਨਾ ਚਾਹੁੰਦਾ ਹੈ ਤਾਂ ਇੰਨਾ ਕਰ ਦੇ, ਜੇ ਤੇਰੀ ਬਾਹਰਲੀ ਹਵੇਲੀ ਹੈ, ਜਿਹੜੀ ਗਲੀ ਹੈ ਤੇਰੀ, ਉਹ ਸਾਨੂੰ ਦੇ ਦੇ, ਉੱਥੇ 'ਚ ਆਪਾਂ ਰੁਕਣਾ ਹੈ। ਤੇ ਮਹਾਰਾਜ ਦੀ ਸਲਾਹੀਅਤ ਵੇਖੋ। ਉਹਨਾਂ ਨੂੰ ਐਸੇ ਨਹੀਂ ਕਹਾ ਜਾਂਦਾ ਕਿ ਉਹ ਯੁੱਧ ਨੀਤੀ ਦੇ ਮੁਜੱਸਮ ਹਯਾਤ ਸੀਗੇ। ਯੁੱਧ ਨੀਤੀ ਦਾ ਇੱਕ ਮੁਕੰਮਲ ਰਣਨੀਤੀਕਾਰ ਮਹਾਰਾਜ ਨੂੰ ਕਿਹਾ ਜਾਂਦਾ ਹੈ, ਕਿਉਂਕਿ ਦੋ ਗੱਲਾਂ ਸਨ। ਪਹਿਲੀ ਚੀਜ਼ ਇਹ ਹੈ ਕਿ ਮਹਾਰਾਜ ਨੇ ਹਮੇਸ਼ਾ ਜਿੰਨੀ ਵੀ ਲੜਾਈਆਂ ਲੜੀਆਂ, ਕੁੱਲ 41 ਸਾਲ 9 ਮਹੀਨੇ 15 ਦਿਨ ਦੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਸ ਧਰਤੀ ਦੇ ਉੱਤੇ ਰਹੀ। 14 ਜੰਗ ਲੜੀਆਂ ਤੇ 14 ਦੀ ਹਰੇਕ ਜੰਗ ਦੇ ਵਿੱਚ 14 ਦੀ 14 ਜੰਗਾਂ 'ਚ ਉਹਨਾਂ ਨੇ ਯੁੱਧ ਦੀ ਜਿਹੜੀ ਥਾਂ ਸੀ ਉਹ ਆਪੇ ਚੁਣੀ ਹੈ। ਚਮਕੌਰ ਦੁਸ਼ਮਣ ਨੂੰ ਉਸੇ ਥਾਂ ਤੇ ਘੇਰੋ। ਉਹਨਾਂ ਨੇ ਬਾਬਾ ਬੰਦਾ ਸਿੰਘ ਜੀ ਨੂੰ ਵੀ ਇਹੋ ਹੀ ਚੀਜ਼ ਸਿਖਾਈ ਸੀ ਕਿ ਤੂੰ ਯੁੱਧ ਨੀਤੀ 'ਚ ਮਤਲਬ ਮੈਦਾਨੇ ਜੰਗ ਦੀ ਚੋਣ ਤੂੰ ਆਪੇ ਕਰੀ। ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਵੀ ਮੁਗਲਾਂ ਨੂੰ ਚੱਪੜਚਿੜੀ 'ਚ ਮੈਦਾਨ ਦੇ ਆ ਕੇ ਘੇਰਿਆ ਸੀ, ਸਰਹਿੰਦ 'ਚ ਨਹੀਂ ਘੇਰਿਆ ਕਿਉਂਕਿ ਉੱਥੇ ਨੁਕਸਾਨ ਵੱਧ ਹੋਣਾ ਸੀ। ਤੇ ਇੱਕ ਤਾਂ ਗੱਲ ਇਹ ਸੀ ਯੁੱਧ ਨੀਤੀ ਦੀ। ਦੂਜੀ ਗੱਲ ਇਹ ਸੀ ਉਹਨਾਂ ਦੀ ਸੋਚ ਕਿ ਨਹੀਂ ਆ ਕਿ ਆਪਣਾ ਪਰਿਵਾਰ ਲੁਟਾਉਣ ਚੱਲੇ ਆ, ਪਰ ਬੁੱਧੀ ਚੰਦ ਜੀ ਪਰਿਵਾਰ ਦੀ ਉਹਨਾਂ ਨੂੰ ਚਿੰਤਾ ਸੀਗੀ। ਉਹਨਾਂ ਨੇ ਕਿਹਾ ਵੀ ਜੇਕਰ ਪਤਾ ਚੱਲ ਗਿਆ ਕਿ ਹਕੂਮਤ ਦੇ ਬਾਗੀ ਬੁੱਧੀ ਚੰਦ ਦੇ ਘਰ ਆਏ ਨੇ ਤਾਂ ਉਹਨਾਂ ਨੇ ਇਹਦੋਂ ਪੁਸ਼ਤਾਂ ਮੁਕਾ ਦੇਣੀਆਂ ਨੇ। ਇਸ ਕਰਕੇ ਮਹਾਰਾਜ ਨੇ ਉਹ ਗੜੀ ਮੰਗੀ। ਗੜੀ 'ਚ ਜਾਂਦੇ ਨੇ। ਤੇ ਹੁਣ ਇਹ ਛੋਟਾ ਜਿਹਾ ਇੱਕ ਬੈਕਗ੍ਰਾਉਂਡ ਸੀਗਾ। ਜੇ ਇੱਕ ਦੁਨੀਆ ਦੀ ਸਭ ਤੋਂ ਅਨੋਖੀ ਜੰਗ ਇੱਥੇ ਹੁੰਦੀ ਹੈ, ਜੋ ਕੁਝ ਵੀ ਗੁਰੂ ਸਾਹਿਬ ਨੇ 30 ਮਾਰਚ 1699 ਦੀ ਵਿਸਾਖੀ ਨੂੰ ਆਖਿਆ ਸੀ, ਇੱਥੇ ਉਹਨਾਂ ਨੇ ਮੁਕੰਮਲ ਕਰਕੇ ਦਿਖਾਇਆ। ਹਾਲੇ 5 ਸਾਲ ਹੋਏ ਨੇ ਖਾਲਸਾ ਦੀ ਸਾਜਨਾ ਨੂੰ, 6 ਸਾਲ ਮੰਨ ਲਓ, ਕਿਉਂਕਿ ਉੱਥੇ ਮਾਰਚ ਨੂੰ ਸ਼ੁਰੂ ਕੀਤਾ, ਇੱਥੇ ਦਸੰਬਰ ਆਉਣ ਲੱਗਾ। 5 ਸਾਲ 9 ਮਹੀਨੇ ਹੋਈ ਸੀ। ਤੇ ਉਹ ਜਿਹੜੇ ਬੋਲ ਉਹਨਾਂ ਨੇ ਪੁਗਾਏ ਸੀ, ਇੱਥੇ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਤੇ 40 ਸਿੰਘ ਚਮਕੌਰ ਪਹੁੰਚਦੇ ਨੇ ਕਾਇਲ ਅਵਸਥਾ। ਮਹੀਨਾ ਤੋਂ ਭਰਪੇਟ ਭੋਜਨ ਨਹੀਂ ਸਿਖਾਇਆ, ਕਈ ਮਹੀਨੇ ਹੋ ਗਏ, ਫੱਟ ਵਜੇ ਹੋਈ ਨਹੀਂ। ਇੰਨੀ ਠੰਡ, ਅੱਤ ਦੀ ਠੰਡ, ਅੱਜ ਤੇ ਗਲੋਬਲ ਵਾਰਮਿੰਗ ਹੈ, ਅੱਜ ਇੰਨੀ ਠੰਡ ਹੁੰਦੀ ਹੈ ਦਸੰਬਰ ਦੇ ਐਂਡ 'ਚ। ਉਸ ਵੇਲੇ ਕਿੰਨੀ ਹੁੰਦੀ ਹੋਏਗੀ। ਪਹਾੜ, ਸਰੀਰ ਤੇ ਫੱਟ ਵੱਜੇ ਹੋਏ, ਭੁੱਖੀਆਂ ਜਾਨਾਂ, ਜਿਹਨੂੰ ਜਿੱਥੇ ਥਾਂ ਮਿਲੀ ਉੱਥੇ ਉਹ ਪਸਰ ਗਿਆ। ਪਰ ਹੌਸਲਾ ਕਿੰਨਾ ਸੀ ਸਿੰਘਾਂ ਦੇ ਵਿੱਚ, ਮਹਾਰਾਜ ਦੇ ਪ੍ਰਤੀ ਸਮਰਪਣ ਕਿੰਨਾ ਸੀ। ਜੋਗੀ ਸਾਹਿਬ ਲਿਖਦੇ ਨੇ, ਜਿਸ दम हुए चमकौर में सिंहों के उतारे, झल्लाए हुए शेर थे सब गैज के मारे, आंखों से निकलते थे दलेरों के शरारे, सतगुर के सिवा और गजबनाक थे सारे। गजबनाक यानी गुस्से नाल भरे हुए, सतगुर के सिवा, सतगुर ਨੂੰ ਗੁੱਸਾ ਨਹੀਂ ਸੀ ਆ ਰਿਹਾ। ਤੇ ਕੀ ਕਹਿੰਦੇ ਨੇ, ਹੌਸਲਾ ਕਿੰਨਾ ਬੁਲੰਦ ਹੈ ਸਿੰਘਾਂ ਦਾ। कहते थे इजाजत ही नहीं है हमें रन की, मट्टी तक उड़ा सकते हैं दुश्मन के चमन की।
इतने मैं मुखातिब हुए सतगुरु गुरु गोबिंद। हुजूर साहब अपने सिंघां दे कोल आ रहे हैं, कोई सो रहा है, क्योंकि महीना तो वो सोए नहीं सी पूरी नींद। इतने में मुखातिब हुए सतगुरु गुरु गोबिंद, वो साबिर व शाकिर वो बहादुर गुरु गोबिंद। रस्ते में गवा आए थे दो दुर गुरु गोबिंद। दुर माने मोती, दो मोती रस्ते दे विच गवा आए सी। थे गम की जगह शांति से पुर गुरु गोबिंद। पुर माने भरा होया, पर दुख या गम दी वजह ओ दुख या गम दे नालों शांति नाल भरे होए सी महाराज। कहते ने सिंघां नू परेशान ना हो, जिस खित्ते में हम कहते थे आना ये वही है। मैं तुहानू कह रहा सी ना कि जिस थां ते सानू जाना है वो यही है। जिस खित्ते में हम कहते थे आना ये वही है, जिस जगह कल लुट के है जाना वो वही है, जिस जा पे है बच्चों को कटाना ये वही है, मट्टी कहे देती है ठिकाना ये वही है। फुरमाए वो सबसे नहीं मौका ये गजब का, एक गुस्से का मौका नहीं है। फुरमाए वो सबसे नहीं मौका ये गजब का, पूरा यही कल होगा इरादा मेरे रब का। तो सिंघानी हालत की है, खाना कई वक्तों से मयसर न था आया, इस शाम भी शेरों ने कड़ाका ही उठाया। कुछ लेट गए खाक पे, मतलब मिट्टी पे, जमीन पे, इन्नी ठंड सिंह मिट्टी ते लेटे हुए ने। कुछ लेट गए खाक पे जीपोश बिछाकर, घोड़ी दी काठी नु बिछा के। पहरा देने लगे कई तलवार उठाकर, क्योंकि हुजूर दी सुरक्षा करनी जरूरी है। उन्हां दे बच्चियां दे कोल रहना कोई ना कोई जरूरी है। वो हुकूमत दे बागी ने, उन्हां दी जान ते खतरा है। ते ओ सिंह उस हालत दे विच पहरा दे रहे ने महाराज दे कोल। पहरा देने लगे कई तलवार उठाकर, गोबिंद भी शबबाश हुए हुण महाराज जा रहे ने थोड़ा आराम करन लई खेमा में जाकर। दीवार नाल एक मुमटी दी दीवार नाल बैठे हुए ने महाराज जमीन ते, देखा तो वहां बैठे हैं गर्दन को झुकाकर। वाहे गुरु है मुंह से निकलता, है तू ही तू, है तू ही तू, है मुंह से निकलता। मैं तेरा हूं बच्चे भी मेरे तेरे हैं मौला, थे तेरे हैं तेरे रहेंगे तेरे दाता। जिस हाल में रखे तू वही हाल है अच्छा, जो शुक्र के आने का जुबां पर नहीं शिकवा। और इस वक्त एक घटना प्यारी जी वापरदी है। भाई दया सिंह वेखते ने हुजूर जमीन ते बैठे ने, आज तक जमीन ते नहीं बैठे थे। भाई आलम सिंह जी नु कहते ने कि वीर जी हुजूर जमीन ते बैठे ने, इन्हां दे लई कुछ बना दी है। तो अपने दस्तारे ला के, घोड़े दियां काठियां ला के महाराज दे लई एक सिंघासन नुमा थां बना ਦਿੱਤੀ ਜਾਂਦੀ है। हुजूर तुसी ਇੱਥੇ ਬਹਿ ਜਾਓ, महाराज 2 ਮਿੰਟ ਲਈ ਇੱਥੇ महाराज ਉਹਨਾਂ ਦੀ ਮੰਗ, ਉਹਨਾਂ ਦੀ ਗੱਲ ਦਾ ਸਤਿਕਾਰ ਕਰਦੇ ਹੋ, ਉੱਥੇ ਬਹਿ ਜਾਂਦੇ ਆ। ਪਰ ਇੱਕ ਗੱਲ ਸੋਚਦੇ ਆ, लेटे हुए हैं खालसा जी आज जमीन पर, आज मेरा खालसा जमीन पे लेटा है। किस तरह चैन आए हमें शाहे नशी पर, नशी माने तख्त, मैनू भी जो बादशाह तख्त इन्होंने बना के दिता है, मैनू किवें उत्ते चैन आएगा। ते फिर उठते ने ते अपने सिंघां दे कोल जांदे ने। जोगी साहब लिखदे ने क्योंकि चमकौर दे विच हुण सारे सो चुके ने, रात गहरा चुकी है, केवल एक बंदा जग रहा है, ओदा नाम है सतगुर सच्चे पातशाह कलगीधर पातशाह। अपने सिंघां दे पास उन्हां दा हाल वेखण लई जांदे ने। जोगी साहब लिखते हैं कि जब 1.5 घड़ी रात गई जिक्र खुदा में, 1.5 घड़ी रात खुदा दी बंदगी दे विच बिताती। जब 1.5 घड़ी रात गई जिक्र खुदा में, खेमे से निकल आ गए सरकार हवा में। कदमों से टहलते थे मगर दिल था दुआ में, बोले ए खुदाबंद हूँ खुश तेरी रजा में। करतार से कहते थे गोया रूबरू होकर, कल जाऊंगा चमकौर से मैं सुरखरू होकर। सिंघां दे कोल जांदे ने, साफे कभी सिंहों के उठाए थे जमीन से। दस्तार थोड़ी लुढ़क गई है, वो जमीन पे आ गई है, उन्होंने ठीक कर रहे ने। साफे कभी सिंहों के उठाए थे जमीन से, केस उसके जो झाड़े ली खाक उसकी जबी से। माथे तो मिट्टी साफ कर रहे ने, सर ठीक किए सरके हुए बालाशेजी से। घोड़े दी काठी दा जेड़ा सिरहाना है ओदे उत्ते सिंह सरक गया, ओदा सीस होते हुए दा ओनु ठीक कर रहे ने। तरतीब दी हर चीज को लाला के कहीं से, हर चीज नु व्यवस्थित कर रहे ने, जिथों मर्जी उन्हां नु लानी पए। हाशा हरगिज, हाशा किसी मुर्शिद में ये ईसार नहीं है। एक त्याग दी भावना किसी गुरु दे विच नहीं हो सकती। जोगी साहब लिखते ने, हाशा किसी मुर्शिद में ये ईसार नहीं है, ये प्यार किसी पीर में दिनहार नहीं है। मतलब किसी भी पीर दे विच, किसी गुरु दे विच ये मोहब्बत नहीं मिल सकती। थे देखते हर एक को गुरु दीदारे तरसे, आंखां च आंसू लेके सिंघां नूं वेख रहे ने कि तुसी अखीर तक मेरा साथ दिता है, तुसी गए नहीं मैनू छड्ड के। तख्त चला गया, ताज चला गया, वाल मतलब सब कुछ चला गया, तख्त ताज राज, पर ओ सिंह उन्हां दे नाल हाले तक भी ने। थे देखते हर एक को गुरु दीदारे तरसे, उल्फत की निगाहों से मोहब्बत की नजर से। बांधे हुए पटका पए खिदमत थे कमर से,
कमर तो पटका बांध के उन्होंने खिदमत दे विच ने। था जागता कोई तो सरक जाते थे सर से, यदि नींद डिस्टर्ब ना हो जाए। जिन सिंहों ने कल मौत के साहिल था उतरना, कल सुबह था जिन खालसों ने जंग में मरना। बाली से शहीदों के हुआ जब की गुजरना, बाली माने सिरहाना। उन सिंहों के सिरहाने तो जब पातशाह गुजरे, मुश्किल हुआ इस जा से कदम आगे को धरना। ਹੁਣ देखियो हुजूर दी विनम्रता कितनी है खालसे दे प्रति। ਜਦੋਂ ਖਾਲਸੇ ਦੀ ਸਾਜਣਾ ਕੀਤੀ ਸੀ ਨਾ, ਉਸ ਵਕਤ ਕਿਹਾ ਸੀ ਮਹਾਰਾਜ ਨੇ ਉਹਨਾਂ ਦੇ ਆਪਣੇ ਗੋਡਿਆਂ ਤੇ ਬਹਿ ਕੇ हुजूर कहते ने कि तिन मम दास पे कृपा कीजिए, खैर बाहुल की दास को दीजिए। जिस तरह तुसी आप अमृत छकिया है, मैनू भी अमृत छका के गोबिंद सिंह बना दियो। ते ओ हुण पूरी हो रही है कि चूमा कभी हलकूम तहन चूमने बैठे। हलकूम माने गला, गले चूम रहे ने सिंघां दे कि तुसी कल दुश्मन दी तेगां दा वार अपने गलियां ते हसदे-हसदे ले लेना है। अखीर तक तुसी मेरे साथ रहे हो। ते विनम्रता इन्नी है, जब पाए ती आए, जब चरणा वाल आंदे ने, जब पाए ती आए तो चरम चूमने बैठे। मैनू ऐसी कोई दास्तान नहीं लभी इतिहास च, मतलब कोई गुरु अपने मुरीदां दे अपने सिंघां दे चरम चूमदा होए। योगी साहब ऐसे बयान कर रहे ने, चूमा कभी हलकूम दहन चूमने बैठे, उन्होंने मुख चूम रहे ने, ते जब पाए छी आए तो चरण चूमने बैठे। की कह रहे ने हुजूर? फरमाए सहर सो के ये होशियार ना होंगे। सुबह सो के ये मेरे नाल नहीं होने ओदे बाद। फरमाए कह रहे ने, फरमाए सहर सो के ये होशियार ना होंगे, अब हो कि ये फिर नींद से बेदार ना होंगे। ये सिंह प्यारे ये वफादार ना होंगे, हम होंगे मुसीबत में मगर यार ना होंगे। सोए हुए शेरों को गले अपने लगाया, सतगुर ने दलेरों को गले अपने लगाया। इंसाफ करे जी में जमाना तो यकीन है, कह दे गुरु गोविंद का सानी ही नहीं है। ये प्यार मुरीदों से ये शफकत भी कहीं है, भक्ति में गुरु अर्श है संसार जमी है। उल्फत के ये जलवे नहीं देखे कहीं हमने, है देखना एक बात सुने भी नहीं हमने। जो साहब आगे कहते ने, करतार की सौगंध है नानक की कसम है, जितनी भी हो गोविंद की तारीफ वो कम है। हर चंद मेरे हाथ में पुरजोर कलम है, मेरी जिन्नी भी लिखण दी ताकत है। सतगुर के लिखूं बशफ कहां ताबे रकम है, मेरी ने औकात नहीं मैं गुरु गोबिंद सिंह महाराज दी बशफ कर पावां। अगे ਉਹ ਕਹਿੰਦੇ ਨੇ ਜਦੋਂ ਆਪਾਂ ਇੰਨਾ ਬਖਾਨ ਕਰਦੇ ਨੇ ਮਹਾਰਾਜ ਦਾ, ਇੱਕ ਸ਼ਾਇਰ ਐਸਾ ਹੈ ਜੋ ਕਿ ਸਭ ਉਹ ਕਹਿੰਦੇ ਨੇ ਬਿਆਨ ਕੀਤਾ ਨਹੀਂ ਜਾ ਸਕਦਾ। एक आंख से क्या बुलबुला कुल बहर को देखे, बहर माने समुंदर। महाराज दा जिहड़ा वजूद है हुजूर दा, एक समुंदर दे बराबर है। मेरा वजूद एक छोटे के बुलबुले दे बराबर है। एक ओदी आंख है, एक आंख से क्या बुलबुला कुल बहर को देखे, पूरे समुंदर में एक बुलबुला छोटा जिहा किवें देख सकदा है? साहिल को, ओदे किनारे को, मझधार को, ओदी गहराई को, या लहर को देखे, या ओदी लहरां वल वेखे। एक आंख से क्या बुलबुला कुल बहर को देखे, साहिल को या मझधार को या लहर को देखे। मतलब हुजूर दी जिहड़ी शख्सियत है ओदा बयान नहीं किया जा सकता। किस शान का रुतबा तेरा अल्लाह गनी है, मस्कीन गरीबों में दलेरों में जरी है। अंगद है अमरदास है अर्जुन भी तू ही है, नानक से लेता तेग बहादुर तू सभी है। तीरथ नहीं कोई रुए रोशन के बराबर, दर्शन तेरे 10 गुरु, दर्शन तेरे 10 गुरुओं के दर्शन के बराबर। किस सब्र से हर एक कड़ी तूने उठाई, किस शुक्र से हर चोट कलेजे पे है खाई। वालिद को कटाया कभी औलाद कटाई, की फकर में फाके में हजारों से लड़ाई। तकदी कभी नवाब को राजों को हराया, मैदान में मुकाबिल जो हुआ मार गिराया। घमासान में जब आन के तेगों को फिराया, फिर कर दिया एक बार में लश्कर का सफाया। कल कहते हैं चमकौर में फिर खेत पड़ेगा, गोविंद सुबह होते ही लाखों से लड़ेगा। ਹੁਣ ਬਾਦਸ਼ਾਹ ਆਪਣੇ ਬੱਚਿਆਂ ਦੇ ਕੋਲ, ਮਤਲਬ ਚਮਕੌਰ ਦੀ ਗੜੀ ਦੇ ਵਿੱਚ ਨਾ ਇਹ ਸਭ ਤੋਂ ਤਰਾਸਦੀ ਭਰੀ ਘਟਨਾ ਹੈ। ਇਹ ਸਭ ਤੋਂ ਮਤਲਬ ਮੈਂ ਜੋ ਪਹਿਲੀ ਵਾਰ ਇਹ ਚੀਜ਼ ਸੁਣੀ ਸੀ ਮੈਂ ਰੋ ਗਿਆ, ਸੱਚੀ ਇਮਾਨਦਾਰੀ ਨਾਲ ਦੱਸ ਰਿਹਾ। ਕੀ ਹੈ ਜਦ ਆਪਣੇ ਬੱਚਿਆਂ ਦੇ ਕੋਲ ਆਉਂਦੇ ਨੇ, ਬਾਕੀ थी घड़ी रात गुरु खेमे में आए, एक घड़ी रात रह गई है। बाकी थी घड़ी रात गुरु खेमे में आए, शहजादे यहाँ दोनों ही सोते हुए पाए। दोनों के रुखे पाक से गेसू जो हटाए, मतलब दस्तार ढिल्ली हो गई है, केश चेहरे ते आ गए ने, केश हुजूर हटा रहे ने, उन्होंने मत्था चूम रहे ने अपने बच्चों का, साहिबजादा अजीत सिंह ते साहिबजादा जुझार सिंह जी का। दोनों के रुखे पाक से गेसू जो हटाए, तो चेहरे ते कितना नूर है। शर्मा के कुमला के अल्फाक ने, मतलब आसमान ने महो मेहर छुपाए, मतलब सूरज ते चांद ढक देते आसमान ने, ओ सूरज चांद ते इथे ने दो। सतगुर ने दहन जब दहने पाक पर रखा, चेहरा दहन माने चेहरा, दहने पाक मतलब अपने बच्चियां दे चेहरों जो चूम रहे ने। सतगुर ने दहन जब दहने पाक पर रखा, कमला के हर फूल ने सर खाक पर रखा। मतलब फुल्ला ने अपने आप नु पटक दिता कि भाई फूल ते ए ने,
ऐसे आप कहते ने कि सिੱਖੀ खंडियों तिखी बालों निक्की। ਇੱਥੇ ਇੰਨੀ ਮਾਸੂਮ ਹੈ ਤੇ ਇੱਥੇ ਜਜ਼ਬਾ ਵੀ ਇੰਨਾ ਹੈ ਕਿ ਸ਼ਹੀਦੀ ਪਾ ਜਾਂਦੇ ਨੇ ਨਿੱਕੇ ਨਿੱਕੇ ਸਾਹਿਬਜ਼ਾਦੇ ਵੀ। सोए हुए बच्चों को कहा सर से पकड़कर, चल दोगे अब अब्बा को मुसीबत में जकड़कर, कि जिंदगी लिखी हुई किस्मत में उजड़कर, फिर मिलने का वादा तो किए जाओ बिछड़कर। थे चार वो अब दो ही, सहर ये भी न होंगे, सहर माने सुबह। थे चार वो अब दो ही, सहर ये भी न होंगे, हम सब्र करेंगे जो अगर ये भी न होंगे। फरमाते थे कल दोनों ही परवान चढ़ोगे, दुख भोगेंगे हम खुल्द में तुम चैन करोगे। खुल्द माने स्वर्ग। फरमाते थे कल दोनों ही परवान चढ़ोगे, दुख भोगेंगे हम खुल्द में तुम चैन करोगे। होते ही सहर दागे जुदाई हमें दोगे, सपने में खबर आके कभी इस बाप की लोगे। ए प्यारे अजीत, ए मेरे जुझार प्यारे, हम कहते हैं कुछ सुनते हो दिलदार प्यारे। मासूम हो मजलूम हो दुनिया से भले हो, लखते दिल गोविंद हो नाजों से पले हो। दुनिया हुई अंधेर जब आंखों से टले हो, हर बार लुटा बाप कटा अब तुम भी चले हो। बच्चे इसी हालत में अभी सोए पड़े थे, बादीद ए तर सतगुरु बाली पे खड़े थे। ਹੁਣ ਮਹਾਰਾਜ ਬਾਹਰ ਹੁੰਦੇ ਨੇ। ਜੋਗੀ ਸਾਹਿਬ ਕਹਿੰਦੇ ਨੇ ਕਿ ਜੋਤ ਉਹੀ ਹੈ, ਭਾਵੇਂ ਨਾਮ ਤੁਸੀਂ ਕੁਝ ਵੀ ਲਓ, ਪਰ ਉਹ ਇਹ ਜਿਹੜੀ ਜੋਤ ਹੈ ਉਹ ਕੁਰਬਾਨੀਆਂ ਚ ਸਭ ਤੋਂ ਅੱਗੇ ਹੈ। ਹੁਣ ਜੋਗੀ ਸਾਹਿਬ ਕੀ ਕਹਿ ਰਹੇ ਨੇ ਕਿ एक बार नजर मुए फलक करके वो बोले, आसमान वाल महाराज चेहरा करके कहते ने, एक बार नजर मुए फलक करके वो बोले, होती है जो कुछ आशिकी सादिक पे वो बोले, बर्छी है इजाजत तू कलेजे में गड़ोले, सर काट के तन चाहे तो नेजे में परोले। है शौक शहादत का हमें सबसे ज्यादा, 100 सर भी हो कुर्बान तो नहीं रब से ज्यादा। मैंने ही बरस 14 का वनवास था झेला, मैं वो हूं जो यशोदा के आगोश में खेला। मारा था कंस मैंने था अर्जुन मेरा चेला, महाभारत में लड़ा मैं कौरों से अकेला। बौद्ध भी मैं बाद में शंकर भी बना हूं, और नानक के भी चोले में बाबर को मिला हूं। अकबर भी प्यादा मेरे दरबार में आया, जोत वही है, केवल शरीर बदले ने गुरुओं ने। अकबर भी प्यादे मेरे दरबार में आया, प्यादे माने पैदल। अकबर भी प्यादे मेरे दरबार में आया, बरकत ने मेरी फतेह था आसाम कराया। मैंने बुत ओ बुत खाना खुदाई को बुलाया, भगवान का घर मैंने ही मस्जिद था बनाया। हुजूर हजरत मोहम्मद साहब नाल जोड़ रहे ने जोगी साहब, गुरु गोबिंद सिंह महाराज। आगे की कहते ने, बालू की तपी रेत मेरे तन पे पड़ी थी। मैं फिर कहने लगा, जोत वही है गुरु अर्जुन साहब। बालू की तपी रेत मेरे तन पे पड़ी थी, मैं बुह हूं उबलने पे भी उफ तक नहीं की थी। भाई दयाला जी दे विच भी ओही जोत है। हिम्मत का मेरी आप मियां मीर है शाहिद, शाहिद माने गवाह। क्योंकि जब गुरु अर्जुन साहब की शहादत हुई ना, साईं मियां मीर जी ਨੂੰ ਜਦੋਂ ਇਹ ਗੱਲ ਪਤਾ ਚੱਲੀ, ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀ। ਉਹਨੂੰ ਪਤਾ ਸੀ ਕਿ ਉਸ ਗੁਰੂ ਚ ਕਿੰਨੀ ਅਜ਼ਮਤ ਸੀ। ਉਹ ਸਾਈਂ ਮੀਆਂ ਮੀਰ ਜੀ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਜੀ ਉਹਨਾਂ ਦੇ ਨੀਂਹ ਪੱਥਰ ਰੱਖਿਆ ਸੀ। हिम्मत का मेरी आप मियां मीर है शाहिद, अजमत का मेरी शाह ए जहांगीर है शाहिद, सर जिससे कटा दिल्ली में शमशीर है शाहिद, और सबसे ज्यादा वो फलक ए पीर है शाहिद। यानी वो बुढ़ा आसमान ओ सब तो वध गवाए मेरी जो कुछ भी मेरे ते वापरिया है। जब जुल्म से जालिम ने जहां पीस दिया था, ਜਿਹੜੇ ਲੋਕੀ ਸਿੱਖਾਂ ਦੇ ਉੱਤੇ ਚੁਟਕੁਲੇ ਬਣਾਉਂਦੇ ਨੇ ਉਹਦੇ ਲਈ ਜੋਗੀ ਸਾਹਿਬ आज तो 100 साल पहले लिखे गए ने, जब जुल्म से जालिम ने जहां पीस दिया था, हमने ही धर्म के लिए तबसीस दिया था। जब जब भी जरूरत हुई बंदों को हम आए, जालिम का किया खात्म मजलूम बचाए। चिड़ियों से अगर चाहा तो फिर बाज तुड़ाए, देखा जिसे हकदार उसे तख्त दिलाए। काम आए फकीरों के तो शाहों के भी आए, दुश्मन के भी आए और यारों के भी आए। लख लुट है हमेशा से ही सरकार हमारी, खाली नहीं जाता जो आता है भिखारी। दुनिया में है हम मैदान में जो बाग बहारी, मतलब दुनिया में मेरा वजूद इस तरीके है जिवें बाग दे विच बसंत ऋतु की हवा होती है। दुनिया में है हम मैदान में जो बाग बहारी, प्यारी हमें अल्लाह की मखलूक है सारी। सिख जान से प्यारे हमें बच्चों से सिवा हैं, तो हिंदू और मुस्लिम पे भी दरफैज के वहां हैं। मर्दाने को हमने ही रिफाकत में था रखा, कौला को भी हमने ही हिफाजत में था रखा। कदम जिसने भी अपनी जमात में था रखा, महफूज उसे हमने हर आफत में था रखा। अब भी वही नीयत वही
आदत है हमारी, अब भी वही नीयत वही आदत है हमारी, यकसा यानी एक को जई एक जैसी, यकसा हरमोदय से शफकत है हमारी, मंदिर और मस्जिद नाल मेरी मोहब्बत बराबर है। ਤੇ ਹੁਣ ਸਵੇਰ ਦਾ ਪੜਾਵ ਆ ਚੁੱਕਿਆ ਹੈ, ਸੂਰਜ ਨਿਕਲਣ ਵਾਲਾ ਹੈ। ਮਹਾਰਾਜ ਪਾਠ ਕਰ ਰਹੇ ਨੇ ਜਪਜੀ ਸਾਹਿਬ ਦਾ, ਜੋਗੀ ਸਾਹਿਬ ਲਿਖ ਰਹੇ ਨੇ ਸਵੇਰ ਦਾ ਸਮਾਂ ਹੈ, ਸੂਰਜ ਚੜ੍ਹਨ ਵਾਲਾ ਹੈ। खोले ग्रंथे पाक को बैठे हुजूर थे, बाणी पढ़ना हुजूर नहीं भूले। खोले ग्रंथे पाक को बैठे हुजूर थे, उपदेश सुन के हो चुके सबके सरूर थे। तासीर थी जबान में, वो ताकत बयान में, रूह फुक गई धर्म की एक एक जवान में। आखिरी बात पूछते ने, कोई ਤੁਹਾਡੇ ਤੋਂ ਜਾਣਾ ਚਾਹੇ ਉਹ ਜਾ ਸਕਦਾ ਹੈ, ਪਰ ਇੱਕ ਵੀ ਸਿੰਘ ਹਜ਼ੂਰ ਨੂੰ ਛੱਡ ਕੇ ਨਹੀਂ ਸੀ ਗਿਆ। ਤੇ ਉੱਪਰ ਖੜੇ ਇੱਕ ਸਿੰਘ ਨੇ ਜਦੋਂ ਮੋਰਚਾ ਲਾਇਆ ਸੀ ਗੜੀ ਦੇ ਉੱਤੇ, ਉਹਨੇ ਵੇਖਿਆ, ਉਹ ਕਹਿੰਦਾ ਹੈ, जोगी साहब लिखते ने, दीवान का अभी हो ना पाया इख्तिताम था, उन्हें समाप्ति नहीं हो पाई है दीवान दी, गर्दिश में अभी बाद है इरफा का जाम था, मतलब ज्ञान दी जड़ी शराब है ओदा जाम हाले भी गर्दिश में विचे ही है। दीवान का अभी हो ना पाया इख्तिताम था, गर्दिश में अभी बाद ए इरफा का जाम था, इतने में आके कहने लगा एक गुलाम था, पहरे पे जो खड़ा हुआ बालाए बाम था, मतलब ऊंचाई से जरा खड़ा सी, वो कह रहा है, बोला उदू की फौज है घेरे हिसार को, हिसार माने किला, उदू माने दुश्मन, बोला उदू की फौज है घेरे हिसार को, क्या हुक्म अब हुजूर का है जान हिसार को, इरशाद हो तो सबको अकेला भगा के आऊं, इरशाद माने आदेश, इरशाद हो तो सबको अकेला भगा के आऊं। पहाड़ी राजा सी अजमेर चंद, जेड़ा गुरु साहब तो पहला तो ही कलपता सी, अजमेर चंद आन में कैदी बना के आऊं, बाजीद खां का सर भी अभी जाकर मैं उड़ाऊं, एक सिंह एक लाख पे गालिब हुआ दिखाऊं। शाबाश शाबाश कह के सतगुरु फौरन खड़े हुए, जुर्रत से पहरेदार की वो खुश बड़े हुए। चमकौर दी गड़ी किवें सी, जोगी साहब लिखते हैं कि जिस जा किया हुजूर ने जाकर कयाम था, ठिकाना कयाम माने ठिकाना, जिस जहां से महाराज ठहरे थे, जिस जा किया हुजूर ने जाकर कयाम था, चमकौर की गड़ी में वो एक ऊंचा बाम था, उस जा से यानी उस जगह तो उस जा से चार कूट का नजारा आम था, दिखता यहाँ से लश्करे आधा तमाम था, मतलब पूरी फौज का ਜਿਹੜਾ ਨਜ਼ਾਰਾ ਸੀ, पूरी फौज 10 ਲੱਖ ਦੀ दिखाई दे रही थी कि बादशाह 10 ਲੱਖ ਦਾ घेरा पा लिया है। असवार ही असवार थे फैले हुए रन में, चारों चारे पासे घुड़सवार दिखाई दे रहे हैं। असवार ही असवार थे फैले हुए रन में, प्यादे थे मतलब बंदे सीगे इंसान सीगे, या थी आदमी घास उग पड़ी वन में, मतलब इतने दूर तक फौज है, वो इंज लग रहा है कि बंदे ने घास उगी पई है, इतनी को फौज है। हुजूर ने शुरुआत ਦੇ ਵਿੱਚ 8 ਦੇ ਜੱਥੇ ਭੇਜਣੇ ਸ਼ੁਰੂ ਕੀਤੇ, ਤੇ ਉਹਦੇ ਬਾਅਦ 5 ਦੇ ਜੱਥੇ ਭੇਜਣੇ ਸ਼ੁਰੂ ਕੀਤੇ, ਤੇ ਜਿਹੜੇ ਪਹਿਲੇ ਸ਼ਹੀਦ ਸੀਗੇ ਇੱਥੇ ਉਹ ਭਾਈ ਕਾਠਾ ਸਿੰਘ ਜੀ ਸੀਗੇ, ਜਿਹੜੇ ਉਚਾਈ ਤੇ ਖੜੇ ਸੀਗੇ। ਤੇ ਇੱਥੇ ਇੱਕ ਹੋਰ ਇੰਟਰਸਟਿੰਗ ਗੱਲ ਹੈ, 40 ਸਿੰਘਾਂ ਦੇ ਵਿੱਚ ਜਿਹੜੇ ਪੰਡਿਤ ਕਿਰਪਾਰਾਮ ਸੀਗੇ, ਜੋ ਗੁਰੂ ਤੇਗ ਬਹਾਦਰ ਜੀ ਦੇ ਕੋਲ ਆਏ ਸੀ ਇੱਕ ਵਾਰੀ ਕਸ਼ਮੀਰੀ ਪੰਡਿਤ ਯਾਚਨਾ ਲੈ ਕੇ ਹਿੰਦੂ ਧਰਮ ਨੂੰ ਬਚਾਉਣ ਦੇ ਲਈ, ਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ, ਉਸ ਤੋਂ ਪ੍ਰੇਰਿਤ ਹੋ ਕੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਆ ਕੇ ਸਿੰਘ ਸਜ ਗਏ ਸੀ। ਉਹ ਕਿਰਪਾ ਰਾਮ ਤੋਂ ਕਿਰਪਾ ਸਿੰਘ ਹੋ ਗਈ ਸੀ, ਤੇ ਉਹ ਜਿਹੜੇ ਬਾਬਾ ਕਿਰਪਾ ਸਿੰਘ ਜੀ ਸੀਗੇ ਉਹ ਵੀ ਇਸ ਜੰਗ ਦੇ ਵਿੱਚ ਸ਼ਹੀਦੀ ਪਾਉਂਦੇ ਨੇ। ਚਮਕੌਰ ਦੀ ਜੰਗ ਦੇ ਵਿੱਚ 40 ਜਿਹੜੇ ਸਿੰਘ ਸੀ ਉਹਨਾਂ ਦੇ ਵਿੱਚ ਬਾਬਾ ਕਿਰਪਾ ਸਿੰਘ ਜੀ ਸ਼ਾਮਿਲ ਸੀਗੇ। ਤੇ हुजूर ने 10 ਲੱਖ ਦੇ ਵਿੱਚ 8 ਨੂੰ ਭੇਜਿਆ, तो जो कहते ना 1.25 लाख से एक लड़ाऊं, ਇਹ ਕਹਾਵਤ ਕਿੱਥੋਂ ਆਈ ਹੈ? 10 ਲੱਖ ਬਟੇ 8, 10 ਲੱਖ ਨੂੰ 8 ਚੋਂ ਜੇਕਰ ਆਪਾਂ ਭਾਗ ਦੇ ਦਈਏ ਤੇ ਬਣਦਾ ਹੈ 1.25 ਲੱਖ। चिड़ियों के संग बाज तुड़ाऊं, पेड़न के संग शेर लड़ाऊं, राजन कै संग रंक लड़ाऊं, 1.25 लाख से एक लड़ाऊं, तब है गोबिंद सिंह नाम कहाऊं। ਇਹ ਚੀਜ਼ ਹੁੰਦੀ ਹੈ ਜਦੋਂ ਤੇ ਚਮਕੌਰ ਦੀ ਗੜੀ ਤੇ ਜਦੋਂ ਮਹਾਰਾਜ ਸਿੰਘਾਂ ਨੂੰ ਤੋੜਦੇ ਨੇ 8-8 ਦੀ ਗਿਣਤੀ ਦੇ ਵਿੱਚ, ਉਹਦੇ ਬਾਅਦ 5-5 ਦੀ ਗਿਣਤੀ ਦੇ ਵਿੱਚ ਮਹਾਰਾਜ ਉਹਨਾਂ ਨੂੰ ਤੋੜਦੇ ਨੇ, ਤੇ ਚਮਕੌਰ ਦੀ ਗੜੀ ਤੇ ਭੇਜੇ ਗਏ ਔਰੰਗਜ਼ੇਬ ਦਾ ਇੱਕ ਜਰਨੈਲ ਸੀਗਾ, ਉਹਦੀ ਵੀਰਤਾ ਦੀ ਮਹਾਰਾਜ ਪ੍ਰਸ਼ੰਸਾ ਵੀ ਕਰਦੇ ਨੇ, ਕਿੰਨੀ ਅਜ਼ਮਤ ਹੈ ਉਸ ਗੁਰੂ ਦੇ ਵਿੱਚ ਕਿ ਉਹ ਆਪਣੇ ਦੁਸ਼ਮਣ ਦੀ ਵੀ ਪ੍ਰਸ਼ੰਸਾ ਕਰ ਰਿਹਾ ਹੈ। ਮਹਾਰਾਜ ਕਹਿੰਦੇ ਨੇ ਕਸੇ ਹਮਲਾ ਕਰਦਨ ਬ ਮਰਦਾਨਗੀ, ਜ਼ਫਰਨਾਮੇ ਚ ਔਰੰਗਜ਼ੇਬ ਨੇ ਲਿਖੇ ਸੀ, कसे हमला करदन ब मर्दानगी, आज हम होश की आज हम दीवानगी, कि औरंगजेब मेरा दिल खुश हो गया उस तेरा एक बहादुर जर्नैल ਸੀ ਜਿਹੜਾ ਚੜਾਈ ਕਰਕੇ ਆਇਆ ਸੀ,
ਉਹ ਇੰਨੀ ਬਹਾਦਰੀ ਨਾਲ ਲੜਿਆ, ਭਾਵੇਂ ਮੇਰੇ ਹੱਥੀ ਸ਼ਹਾਦਤ ਪਾ ਗਿਆ, ਪਰ ਮੈਨੂੰ ਖੁਸ਼ੀ ਹੋਈ ਉਹਦੀ ਬਹਾਦਰੀ ਦੇਖ ਕੇ। ਉਸ ਜਰਨੈਲ ਚ ਨੇ 2 ਸਿੰਘ ਸ਼ਹੀਦ ਕਰ ਦਿੱਤੇ। ਉਹਦੇ ਚ ਸੀਗੇ ਭਾਈ ਕਾਠਾ ਸਿੰਘ, ਜਿਹੜਾ ਪਹਿਲਾ ਜਰਨੈਲ ਔਰੰਗਜ਼ੇਬ ਨੂੰ ਚੜ੍ਹ ਕੇ ਆਇਆ ਸੀ। ਉਹਦੇ ਬਾਅਦ ਬਾਹਰੋਂ ਤੀਰਾਂ ਦੀ ਵਰਖਾ ਹੋ ਰਹੀ ਹੈ ਤੇ ਅੰਦਰੋਂ ਤੀਰਾਂ ਦੀ ਗਿਣਤੀ ਸੀਮਿਤ ਹੈ, ਉਹ ਘਟਦੀ ਜਾ ਰਹੀ ਹੈ। ਜੈਸੇ ਜੈਸੇ ਦਿਨ ਦਾ ਚੜ੍ਹਦਾ ਜਾ ਰਿਹਾ ਹੈ, ਅੰਦਰ ਗੜੀ ਦੇ ਵਿੱਚ ਸਿੰਘਾਂ ਦੀ ਗਿਣਤੀ ਕਮ ਹੁੰਦੀ ਜਾ ਰਹੀ ਹੈ ਤੇ 5 ਪਿਆਰਿਆਂ ਦੀ ਸਲਾਹ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 5-5 ਦੇ ਜੱਥੇ ਭੇਜਣੇ ਸ਼ੁਰੂ ਕੀਤੇ। ਤੇ ਉਹਦੇ ਬਾਅਦ ਭਾਈ ਹਿੰਮਤ ਸਿੰਘ ਜੀ ਜਿਹੜੇ ਸੀਗੇ, ਉਹਨਾਂ ਦਾ ਪਹਿਲਾ ਜੱਥਾ ਗਿਆ। ਉਹਦੇ ਬਾਅਦ ਹੋਰ ਸਿੰਘ ਗਏ ਤੇ ਦੂਜਾ, ਤੀਜਾ, ਚੌਥਾ ਜੱਥਾ ਜਾਂਦਾ ਰਿਹਾ ਤੇ ਹਾਲਤ ਇਹ ਹੋ ਗਈ ਕਿ ਹੁਣ 3-3 ਸਿੰਘ ਜਾ ਰਹੇ ਨੇ ਤੇ ਉਹਦੇ ਬਾਅਦ ਫਿਰ ਇੱਕ ਸਿੰਘ ਜਾ ਰਿਹਾ ਹੈ। ਜੋਗੀ ਸਾਹਿਬ ਲਿਖਦੇ ਨੇ, ਫਰਮਾਏ कलगीधर के अब एक जमा चले, फरमाए कलगीधर के अब एक जमा चले, पा के हुक्म भेड़ों में शेरे ये यहाँ चले। ये यहाँ माने गुस्सैला शेर जिवें भेड़ां दे विच घुस रहा है। बच के उदू के दांव से यूं पहलवान चले, जैसे दुश्मन दे दांव का हाथ नाल बच के पहलवान जा रहे हैं ना, दांतों में घिर के जैसे दहन में जबां चले। जैसे जीभ साडे दंदां दे विच घिरी जांदी है, उदों एक सिंह 10 ਲੱਖ ਦਾ ਘੇਰਾ ਉਹਦੇ ਚੋਂ ਟੁੱਟ ਕੇ ਪੈਂਦਾ ਹੈ। ਉਦੋਂ ਹੀ ਜਿਹੜਾ ਉਹ ਪਹਿਰੇਦਾਰ ਜਿਹੜਾ ਸਿੰਘ ਕਹਿ ਰਿਹਾ ਸੀ ਕਿ ਹਜ਼ੂਰ ਇੱਕ ਸਿੰਘ 1 ਲੱਖ पे गालिब हुआ दिखाऊं, ਹੁਣ ਇੱਕ ਸਿੰਘ 10 ਲੱਖ ਤੇ ਜਾ ਰਿਹਾ है। घुसते ही रंग में जंग का पल्ला झुका दिया, जिस ओर तेग तोल के पहुंचे भगा दिया। एक लाख से मैदान में लड़ा। ਹੁਣ ਸ਼ਹੀਦੀ ਹੁੰਦੀ ਜਾ ਰਹੀ ਹੈ, ਕੁਝ ਸਿੰਘ ਰਹਿ ਗਏ ਨੇ, 8-10 ਸਿੰਘ, 2 ਸਾਹਿਬਜ਼ਾਦੇ। एक लाख से मैदान में लड़ा, जिस जा पे सिंह अड़ गए झंडा वहां गड़ा। चश्मे फलक ने, फलक माने आसमान, चश्म माने आंख, आसमान दी भी अख ने जो जंग नहीं देखी ओ हुई आज। चश्मे फलक ने जो था न देखा वो रन पड़ा, घोड़े पे झूमता हुआ अकाली जमा बढ़ा। हुण जदों भाई दया सिंह जी आउंदे ने तो दुश्मन कह रहा है कि इनसा दलेर कोई नहीं है सिपाह में, सर नजर कर चुके हैं ये मौला की राह में। ते 5 प्यारियां दी जिहड़ी शिफ्त है। भाई मोहकम सिंह जी बारे लिख रहे हैं जोगी साहब, मोहकम की शक्ल देखकर लोहू निचुड़ गया, धब्बा उदू के जामे जुर्रत पे पड़ गया, पटखा मरोड़ कर उसे हत्थे जो चढ़ गया। दहशत से हर एक जबान, दहशत से हर जवान का हुलिया बदल गया। भाई साहिब जी बारे कह रहे हैं, साहिब को देख मस्क खड़े खाल हो गए, मतलब वैरियां तो रोंगटे खड़े हो गए भाई साहिब जी को देख के। साहिब को देख मस्क खड़े खाल हो गए, डर से सफेद जालिमों के बाल हो गए। भाई धर्म सिंह जी देख के कह रहे थे कि भागो कि धर्म, भागो कि अब बचाओ की सूरत नहीं रही, आए धर्म तो जंग की हिम्मत नहीं रही। हुण जिहड़ी गली है चमकौर दी खाली होण नूं आई है। लगभग सारे सिंह शहीद हो चुके ने। जोगी साहब कहते ने कि लाखों को कत्ल करके प्यारे गुजर गए, लाखों को कत्ल करके प्यारे गुजर गए, एक एक करके खाल से सारे गुजर गए। सदहा यानी सैकड़ों, सदहा फना, फना माने मौत, सदहा फना के घाट उतारे गुजर गए, खुसमें लगा के आग शरारे गुजर गए। मतलब वैरी जेड़ा है ओदी गिनती भुस दे बराबर है ते सिंह दी गिनती शरारे दे बराबर है, पर ओनू भी राख कर दिता उन्होंने। जख्मों से सिंह सूर में जब चूर हो गए, सरदार सर कटाने को मजबूर हो गए। हुण साहिबजादा अजीत सिंह जी नूं महाराज अगे तोरदे ने। भाई दया सिंह ते बाकी सिंह बेनती करते ने, हुजूर एक ही करन लगे हो, असी जा रहे ने। पर महाराज कहंदे ने कि नहीं, इतिहास प्यारा सिंह पदम जी लिखते हैं कि इतिहास भावें मैनू जंग दा चोर समझे, पर मैं ये नहीं सुन सकता कि गोबिंद सिंह ने सिंह होर समझे ते पुत होर समझे। ते साहिबजादा अजीत सिंह नूं भेज रहे ने, जिहदे बारे जोगी साहब लिखते हैं उन्हां दे विच किन्ना हौसला है। ये पुश्ते पाक पुश्ते पनाहे जहान है, इन्हां दी जिहड़ी कमर है ओदी पीठ इन्नी मजबूत है। ये पुश्ते पाक पुश्ते पनाहे जहान है, सिंहों को इसका फक्र है, सिखों को मान है, बचती इसी के साए में बेकस की जान है, हिंदुस्तान की ढाल यही बेगुमान है। जिस सर पे छाई उस पर फिर आफत गिरी नहीं है, चरक भी गवाह आसमान भी गवाह है, ये रण में फिरी नहीं। उन्हां दे बाजू च भी कितनी ताकत सी, ओदी सिफत करते हुए कहते ने, कुव्वत यानी ताकत, कुव्वत में शेर जचते थे न जिन थे निगाह में, कुव्वत में देव जचते थे, ना तो देवता जचते ना जिन जचते ने, कुव्वत में देव जचते थे न जिन थे निगाह में, बख्शा था हक ने जोर वो बाजुए शाह में।
ਸਾਹਿਬਜ਼ਾਦਾ ਅਜੀਤ ਸਿੰਘ ਲੱਖਾਂ ਸੈਂਕੜਾਂ ਦੁਸ਼ਮਣਾਂ ਨੂੰ ਕਤਲ ਕਰਕੇ ਸ਼ਾਮੇ ਸ਼ਹਾਦਤ ਪੀਂਦੇ ਨੇ। ਤੇ ਉਹਦਾ ਸੀਨ ਕਿਹੋ ਜਿਹਾ, ਉਹਦਾ ਦ੍ਰਿਸ਼ ਕਿਹੋ ਜਿਹਾ ਹੈ। ਅੱਲਾ ਅਰਥਾਂ ਜੋਗੀ ਸਾਹਿਬ ਉਹਨੂੰ ਬਿਆਨ ਕਰਦੇ ਨੇ। दिलबंद ने जोगी साहब की शहजादाए शाह ने भगदड़ सी मचा दी, ये फौज भगा दी, कभी वो फौज भगा दी, बढ़ चढ़ के उम्मीद से शुजात जो दिखा दी। शुजात माने बहादुरी। सदगुरु ने वही किले से बेटे को निदा दी, निदा माने आवाज। हुजूर अपने साहिबजादों को आवाज दे रहे हैं, शाबाश शाबाश पिसर, खूब दलेरी से लड़े हो, क्यों ना हो गोविंद के फरजंद बड़े हो। दिलबंद ने तलवार से तस्लीम बजाई, तलवार नालों एक उठा के अपने पिताजी ਨੂੰ ਫਤਿਹ ਗਜਾ ਰਹੇ ਨੇ ਬਾਬਾ ਅਜੀਤ ਸਿੰਘ ਜੀ। दिलबंद ने तलवार से शमशीर बजाई, गर्दन पे आदाब दिलावर ने झुकाई, इतने में फौजे सितम आरा उमड़ आई। तालिबान दी फौज उन्हें घेर लिया, पर्ची किसी बदबख्त ने पीछे से लगाई, किसी ने पर्चा मारा साहिबजादा अजीत सिंह दी। तेवरा के गिरे जीन से सरकार जमी पर। दिल पैंद ने बाबा अजीत सिंह जी, जीन यानी घोड़े की काठी, घोड़े तो थल्ले डिगते ने। तेवरा के गिरे जीन से सरकार जमी पर, रूह खुल्द गई, खुल्द मन स्वर्ग, रूह खुल्द गई और तनेजार जमी पर, निताड़ा शरीर थल्ले रह गया। बेटे को मिली शहादत, देखा जो पिदर ने, तूफान उठा गम से किया दीदारे तरने, इतने में कहा नन्हे से मासूम पिसर ने। छोटा जिहा बेटा कहता है, रुखसत हमें दिलवाओ पिता, जाएंगे मरने, भाई से बिछड़कर हमें जीना नहीं आता, सोना नहीं, खाना नहीं, पीना नहीं आता। हुजूर साहिबजादा जुझार सिंह वाल वेखदे ने प्यार नालों ते कहंदे ने कि हमने कहा था बाप को, जान दीजिए धर्म पर, थी दूसरे बेटे की सुनी बेनती जिस दम, सर को दहने पाक को, चेहरे नु चूमदे ने, सर को दहने पाक को बोसे दिए पैहम, अनेकों बारी चूमदे ने बच्चियां नु, सर को दहने पाक को बोसे दिए पहम, मत्था चुम रहे ने, चेहरा चुम रहे ने साहिबजादा जुझार सिंह जी दा। लड़ने के लिए कहने लगे जाइए जमजम, रूठो ना खुदारा, नहीं रोकेंगे कभी हम। हमने कहा था बाप को, जान दीजिए धर्म पर, लोग कहते हैं हम आपको, जान दीजिए धर्म पर। मरने से किसी यार को हमने नहीं रोका, फर्जंदे वफादार को हमने नहीं रोका, खुशनूदिए सरकार को हमने नहीं रोका। अब खुशनूदिए करतार को, यानी करतार नु परमात्मा नु खुश करने वाले नु मैं कद रोकिया नहीं, खुशनूदिए करतार को हमने नहीं रोका। अब देखिए सरकार को हमने नहीं रोका, तुमको भी इसी राह पे कुर्बान करेंगे, जब शुक्र है हम भी कभी खंजर से मरेंगे। कुर्बान, कुर्बान जानना मैं तेरे पे, कुर्बान पिदर को कोई एतबार नहीं है, कुर्बान पिदर को कोई इनकार नहीं है, मैनू कोई दिक्कत नहीं है, मना नहीं करांगा तेनू, पर सिन खेल का है। ये जिहड़ी उम्र है तेरी अवस्था है, ये खेलन दी है, रन का सतावार नहीं है। हुण तू जंग च जाण दे जोगा नहीं होया, वो भी 10 लाख दे घेरे च, लखां दे घेरे च तू जाण लगा। कुर्बान पिदर को कोई एतबार नहीं है, कुर्बान पिदर को कोई इनकार नहीं है, सिर खेल का है, रन का सदावार नहीं है, आती ही चलानी तुझे तलवार नहीं है। ये गुल सा बदन, ये जेड़ा फुल्लां वर्गा तेरा शरीर है, काबिले सुफार नहीं है, यानी तीरां दी नौका जोगा नहीं है हाले। शहजादाए जुझार ने फौरन कहा, अब्बा मैं भाइयों से क्यों रहूं घटकर भला अब्बा, जिंदा चुना जाना भी तो आसान नहीं है, सरहिंद में दी भाइयों ने क्या जान नहीं है। क्यों मुझको धर्म युद्ध का कुछ ज्ञान नहीं है, बंदे को छुरी खाने का क्या अरमान नहीं है। लड़ना नहीं आता मुझे, मरना तो है आता, खुद बढ़ के गला तेग पे धरना तो है आता। आगे कहते ने हुजूर कि जोगी साहब कहते ने, भगवान है खुश जिनसे है खुशकी तरी उनकी, भगवान है खुश जिनसे है खुशकी तरी उनकी, रहती है हर एक फसल में खेती हरी उनकी, करतार सदा रखते हैं झोली भरी उनकी, फिरदौस भी उनका है इंदरपुरी भी उनकी। मर जाना धर्म पर बहुत आसान है हमको, साहिबजादा जुझार सिंह कह रहे हैं मर के अब्बा गुरु पिताजी, मर जाना धर्म पर बहुत आसान है हमको, सतगुर के पिसर हैं हम, यही शायान है हमको। मैंने यो चीज सोच दी है
हर्राई सी आवाज से बोले गुरु, हर्राई सी आवाज से बोले गुरु गोविंद, पाला है तुझे नाज से बोले गुरु गोविंद, रोका नहीं आगाज से, शुरुआत तो नहीं रोका तनु कदे, रोका नहीं आगाज से बोले गुरु गोविंद, उस नन्हे से जाबाज से बोले गुरु गोविंद, लो जाओ, लो ले आओ तने पाक पे हथियार सजा दे, तेरी पावन देह पे हथियार सजा दे, ले आओ तने पाक पे हथियार सजा दे, छोटी सी कमान नन्ही सी तलवार सजा दे, हम देते हैं खंजर उसे शमशीर समझना, मैं तुम्हें खंजर देन लगा ओनू तेग समझी, क्योंकि हथ इन्ने वड्डे नहीं है ओदी बड़ी तेग आ जे, हम देते हैं खंजर उसे शमशीर समझना, नेजों की जगह दादा का तुम तीर समझना, जितने मरे उससे उन्हें बेपीर समझना, वो रब नू मनण वाले नहीं है वो जिन्ने ओदे नाल मारे काफिर ने, जितने मरे उससे उन्हें बेपीर समझना, जख्म आए तो होना नहीं दिलगीर समझना, जब तेरे फट वजन ता तू घबरा ना जाई, जब तीर कलेजे में लगे तो सी नहीं करना, उफ मुंह से मेरी जान कभी भी नहीं करना, लो जाओ सिधारो तुम्हें अल्लाह को सौंपा, मर जाओ या मारो तुम्हें अल्लाह को सौंपा, रब को ना बिसारो तुम्हें अल्लाह को सौंपा, सिक्खी को उभारो तुम्हें अल्लाह को सौंपा, वाहे गुरु अब जंग की हिम्मत तुम्हें बख्शे, प्यासे हो बहुत जामे शहादत तुम्हें बख्शे, बेटा तुम ही हो पंथ के बेड़े के खिवैया, बेटा तुम ही हो पंथ के बेड़े के खिवैया, और तू ही बच्चा है मेरे को आखिरी, बेटा तुम ही हो पंथ के बेड़े के खिवैया, सर भेंट करो ताकि चले धर्म की नैया, ले दे के तुम्ही थे मेरे गुलशन के बकैया, लो जाओ कि राह तकते हैं सब खुल्द में भैया, खुल्द मन स्वर्ग, तेरे वीर हुण स्वर्ग ਦੇ ਵਿੱਚ ਤੇ ਰਾਹ ਤੱਕ ਰਹੇ ਨੇ, ਹੁਣ ਉਸ ਪਿਓ ਦੀ ਇਹ ਖੁਆਇਸ਼ ਹੈ, ਸਾਡੀ ਖੁਆਇਸ਼ ਇਹ ਹੁੰਦੀ ਹੈ ਆਪਣੇ ਬੱਚਿਆਂ ਨੂੰ ਲੈ ਕੇ, ਭਾਵੇਂ ਮੇਰੇ ਬੱਚੇ ਨਹੀਂ ਹੈ ਪਰ ਮੇਰੇ ਪਿਤਾ ਜੀ ਦੀ ਖੁਆਇਸ਼ ਸੀਗੀ ਕਿ ਮੈਂ ਆਈਐਸ ਆਫੀਸਰ ਬਣਾ ਜਾਂ ਮੈਂ ਅਸਿਸਟੈਂਟ ਪ੍ਰੋਫੈਸਰ ਬਣਾ ਜਾਂ ਕੁਝ ਹੋਰ ਵੱਡੀ ਚੀਜ਼ ਬਣਾ, ਸਾਰਿਆਂ ਦੀ ਖੁਆਇਸ਼ ਹੁੰਦੀ ਹੈ, ਜਦੋਂ ਕੋਈ ਰਾਜਾ ਹੁੰਦਾ ਨਾ, ਮਤਲਬ ਅੱਜ ਕੱਲ ਰਾਜਾ ਨਹੀਂ ਹੈ ਪਰ ਅੱਜ ਕੱਲ ਪ੍ਰਧਾਨ ਮੰਤਰੀ ਮੁੱਖ ਮੰਤਰੀ ਇਹ ਹੋਰ ਵੀ ਉੱਚੀਆਂ ਪੋਸਟਾਂ ਨੇ, ਉਹ ਚਾਹੁੰਦੇ ਨੇ ਵੀ ਸਾਡੇ ਬੱਚੇ ਵੀ ਉੱਥੇ ਜਾਣ, ਬਿਊਰੋਕਰੇਟ ਚਾਹੁੰਦਾ ਉਹਦਾ ਬੇਟਾ ਬਿਊਰੋਕਰੇਟ ਬਣੇ, ਪਰ ਇਸ ਪਿਓ ਦੀ ਖੁਆਇਸ਼ ਬੜੀ ਵੱਖਰੀ ਹੈ, ਇਹ ਚਾਹੁੰਦੇ ਤੇ ਪੰਜਾਂ ਕਿਲਾ ਆਪਣੇ ਬੱਚਿਆਂ ਨੂੰ ਦੇ ਸਕਦੇ ਸਨ, पर इस पियो की ख्वाहिश बड़ी ਵੱਖਰੀ है, ख्वाहिश की है, बेटा तुम ही हो पंथ के बेड़े की खिवैया, सर भेंट करो ताकि चले धर्म की नैया, ले दे के तुम ही थे मेरे गुलशन के बकैया, लो जाओ कि राह तकते हैं सब खुल्द में भैया, ख्वाहिश है तुझे तेग चलाते हुए देखें, हम आंख से बर्छी तुझे खाते हुए देखें, दादा से मिलो स्वर्ग में जिस दम तो ये कहना, दादा से मिलो स्वर्ग में जिस दम तो ये कहना, दो चार हो अगर खुल्द में आदम तो ये कहना, जेकर तेनू जन्नत दे विच स्वर्ग दे विच दो चार बंदे मिलन तो की कहीं, जब भेस में नानक के मिले हम तो ये कहना, मतलब जोत वही है, जोगी साहब कहते हैं ना कि दर्शन तेरे 10 गुरुओं के दर्शन के बराबर, जब भेस में नानक के मिले हम तो ये कहना, पाओ कहीं गोविंद का महरम तो ये कहना, की कहना है, आजाद कराया आजाद कराया बनी आदम के गले को, मतलब ਜਿਹੜੇ ਮਜ਼ਲੂਮ निर्दोष ਬੰਦੇ ਸੀਗੇ ਜਿਨ੍ਹਾਂ ਤੇ ਕਹਿਰ ਵਰਪਾਇਆ ਜਾ ਰਿਹਾ ਸੀ, ਉਹਨੂੰ ਆਜ਼ਾਦ ਕਰਾਇਆ, ਉਹਨਾਂ ਦੇ ਗਲੇ ਨੂੰ ਆਜ਼ਾਦ कराया बनी आदम के गले को, कटवा दिए बच्चे भी मुरीदों के भले को, जब फतह बजाकर गए जुझार थे रन में, हर शेर बघेला नजर आने लगा रन में, आगे मौत ਜਿਹੜੀ ਆਉਂਦੀ ਹੈ ਉਹਨਾਂ ਦੇ ਕੋਲ, ਉਹ ਵੀ ਕੀ ਕਹਿੰਦੀ ਹੈ, मैं जिसके हूं कब्जे में वो काबू में है तेरे, गुरियाई का बल नन्हे से बाजू में है तेरे, ਤੇ ਉਹ ਜਿਹੜੇ ਵੈਰੀ ਨੇ ਦੁਸ਼ਮਣ ਨੇ, ਔਰੰਗਜ਼ੇਬ ਦੀ ਜਿਹੜੀ ਫੌਜ ਹੈ ਜਿਹੜੇ ਚ ਪਹਾੜੀ ਰਾਜੇ ਵੀ ਨੇ 10 ਲੱਖ ਦੀ ਫੌਜ ਕਰੀਬ, ਉਹ ਕੀ ਕਹਿ ਰਹੀ ਹੈ ਉਸ ਨੰਨੇ ਤੇ ਜਾਮਾਤ ਦੇ ਲਈ, ਬਚ ਬਚ ਕੇ ਲੜੋ ਕਲਗੀਓ ਬਾਲੇ ਕੇ ਪਿਸਰ ਸੇ, ਗੋਬਿੰਦ ਸਿੰਘ ਦੇ ਬੱਚੇ ਦੇ ਨਾਲ ਬਚ ਬਚ ਕੇ ਲੜੋ, बच बच के लड़ो कलगियों वाले के फिसर से, ये नीम चलाए हैं गुरुजी की कमर से, मैदान में ਹੁਣ ਕੀ ਹੁੰਦਾ ਹੈ, ਉਹ ਕਹਿੰਦੇ ਨੇ ਕਿ शहजादे ने हरबे ने शुजाओ, शहजादे के हमले से शुजाओ जरी हारे, बहुत बड़े बहादुर भी हार गए, शहजादे के हमले से शुजाओ जरी हारे, जी दारों के जी छूट गए सब कवि हारे, मासूम से बाजी वो सभी लश्करी हारे,
कमजोर से निर्बल से हजारों बलिहारे। आगे की होना है, ਉਹਨੂੰ अपने बड़े वीर दी पार्थिव देह दिखाई देती है। मैदान में जब भाई का लाशा नजर आया, घोड़े से वो मासूम दिलावर उतर आया। सरगोद में लेकर भाई से कहा बोलो, सरगोद में लेकर भाई से कहा बोलो, इस ख्वाब गिरा से, जड़ी स्थाई नींद है, इस ख्वाब गिरा से जरा होशियार तो हो लो। हम कौन हैं देखो तो सही, आंखें तो खोलो। सोने की ही अगर ठानी है, मिलके तो सुनो। भाई तुम्हें अगर गंज शहीदा की जमी है, गंज शहीदा जो भी सादी रचना है जिदे च पंक्तियां दर्ज ने, जेड़े बचन में आप दी दादी करन लगा। भाई अगर तुम्हें गंज शहीदा की जमी है, ठानी हुई बसेरे की हमने भी यही है। इतने में खदंग आके लगा है जिगर, खदंग मारे तीर। इतने में खदंग आके लगा हाय जिगर में, किसी दुश्मन ने तीर नाल भिद दिता बाबा जुझार सिंह जी का शरीर। इतने में खदंग आके लगा हाय जिगर में, हाँ तीर कलेजे में या कांटा गुलेतर में, मतलब इस तरीके वजह जिवें एक फूल दे विच कांटा चुभ गया हो। तारीख यानी हनेर पै गया, तारीख जमाना हुआ सतगुर की नजर में। तूफान उठा, खाक उड़ी बहर में, बर में। बहर माने समुंदर, समुंदर तूफान आ गया, हड़ आ गया ते जमीन दे विच खाक उड़न लग पई। अगे की है, त्योरा के गिरा लखते जिगर पर। लख्त माने टुकड़ा, जिगर माने जिगर, टोटा, जिगर दा टोटा यानी लखते जिगर। त्योरा के गिरा लखते जिगर पर, क्या गुजरी है इस वक्त कहूं क्या मैं पिदर पर। पिदर माने प्यो, पिता। प्यो ते इस वक्त जो गुजरी है ओदा बयान नहीं किया जा सकता। तो गुरु साहब ने वेख के क्या, कब्जे से म्यानन तेग को फिर हाथ उठाया, सतगुर ने वहीं सजदाए शुकराना बजाया। ਜਦੋਂ ਆਪਾਂ ਕਹਿੰਦੇ ਨੇ ਨਾ ਕਿ ਭਾਈ ਗੁਰੂ ਸਾਹਿਬ ਨੇ ਇਹ ਕੁਛ ਕੀਤਾ, ਉਹ ਕੁਛ ਕੀਤਾ, ਪਰ ਉੱਥੇ ਜੋ ਕੁਛ ਵੀ ਵਾਪਰਿਆ ਹੈ ਉਹਨੂੰ ਜੋਗੀ ਸਾਹਿਬ ਨੇ ਆਪਣੇ ਕਲਮ ਨਾਲ ਇਸ ਤਰੀਕੇ ਬਿਆਨ ਕੀਤਾ ਹੈ ਕਿ ਬੜਾ ਉਹ ਜਿਹੜਾ ਦ੍ਰਿਸ਼ ਹੈ ਅੱਜ ਤੋਂ 300 ਸਾਢੇ 300 ਸਾਲ ਪੁਰਾਣਾ, ਇੰਜ ਲੱਗ ਰਿਹਾ ਸਾਡੀ ਅੱਖਾਂ ਦੇ ਸਾਹਮਣੇ ਹੋ ਰਿਹਾ। ਇੱਕ ਪੰਜਾਬੀ ਦਾ ਸ਼ਾਇਰ ਲਿਖਦਾ ਹੈ, ਕੂੰਜਾਂ ਬਾਂਗ ਕੁਰਲਾ ਕੇ ਅਜ ਲੋਕੀ ਐਵੇਂ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ, ਉਹ ਤਾਂ ਹਰ ਵੇਲੇ ਇਹੋ ਆਖਦੇ ਸੀ ਮੇਰੇ ਮਾਲਕਾ ਪੂਰੀ ਫਰਿਆਦ ਕਰਦੇ। मेरा पिता ले ले, मेरे पुत ले ला, मेरा वसदा घर बर्बाद कर दे, चुनने नोहां दे नाल परिवार मेरा, ए पर खालसा पंथ आजाद कर दे। जोगी साहब कहते ने, बेमिसलो बेनजीर तू सतगुर हमारा है, वाहे गुरु के बाद तेरा ही सहारा है। हो काश सबको तुझको खुदा जितना प्यारा है, तेगों के साय में कहां दाता बिसारा है। तौहीद पे फिदा था तू आली मुकाम था, तीनों के मीह में यादे खुदा तेरा काम था। यादे अकाल पुरख का सबको सबक दिया, खंजर की धार पर भी वरक दर वरक दिया। करके अमल सिखाया, खाली उपदेश नहीं देते। यादे अकाल पुरख का सबको सबक दिया, खंजर की धार पर भी वरक दर वरक दिया। करके अमल सिखाया जो मजमू अरक दिया, फिर जालिमों से छीन के सिंहों को हक दिया। तो उस तो बाद ਇਹ ਸਾਨੂੰ ਪਤਾ ਹੈ ਕਿ ਜਦੋਂ ਸਾਰੇ ਸਿੰਘ ਸ਼ਹੀਦ ਹੋ ਜਾਂਦੇ ਨੇ, ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ, ਤੇ ਪੰਜ ਪਿਆਰੇ ਆਪ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਹੁਣ ਜੰਗ ਚ ਸਵੇਰ ਨੂੰ ਆਪਾਂ ਜਾਵਾਂਗੇ, ਮੈਂ ਵੀ ਜਾਣਾ ਤੁਹਾਡੇ ਨਾਲ, ਤੇ ਭਾਈ ਦਇਆ ਸਿੰਘ ਪੰਜ ਪਿਆਰੇ ਇਕੱਠੇ ਕਰਕੇ ਉਹਨਾਂ ਨਾਲ ਬਚਨ ਕਰਦੇ ਨੇ ਕਿ ਪਾਤਸ਼ਾਹ ਨੂੰ ਹੁਕਮ ਦੇਣਾ ਹੈ ਕਿ ਤੁਸੀਂ ਨਹੀਂ ਜਾ ਸਕਦੇ ਜੰਗ ਚ। ਤੇ ਹਜ਼ੂਰ ਕਹਿੰਦੇ ਇਹ ਕਿਵੇਂ ਹੋ ਸਕਦਾ ਹੈ? ਤੇ ਭਾਈ ਦਇਆ ਸਿੰਘ ਯਾਦ ਦਿਵਾਉਂਦੇ ਕਿ ਪਾਤਸ਼ਾਹ ਜਦੋਂ ਤੁਸੀਂ ਖਾਲਸੇ ਨੂੰ ਪ੍ਰਗਟ ਕੀਤਾ ਸੀ, ਤੁਸੀਂ ਖਾਲਸੇ ਦੇ ਪਿਤਾ ਉੱਤੇ ਤੁਨੇ ਆਪ ਜੀ ਨੇ ਇਹ ਬਚਨ ਕੀਤੇ ਸੀ ਹਜ਼ੂਰ ਕਿ ਜਿਹੜਾ ਪੰਜ ਪਿਆਰਿਆਂ ਦਾ ਆਦੇਸ਼ ਹੋਏਗਾ ਹੁਣ ਉਹ ਆਪ ਜੀ ਨੂੰ ਹੀ ਮੰਨਣਾ ਪਏਗਾ। ਤੇ ਇਹ ਪੰਜ ਪਿਆਰੇ ਗੁਰਮਤਾ ਪਾਸ ਕਰਕੇ ਆਪ ਜੀ ਨੂੰ ਆਦੇਸ਼ ਕਰ ਰਹੇ ਨੇ ਕਿ ਤੁਸੀਂ ਇੱਥੋਂ ਚਲੇ ਜਾਓ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੱਖਾਂ 'ਚ ਪਹਿਲੀ ਵਾਰ ਆਂਸੂ ਆਉਂਦੇ ਨੇ ਆਪਣੇ ਲਈ ਕਿ ਮਤਲਬ ਇਹ ਮੈਨੂੰ ਕੀ ਕਹਿ ਰਹੇ ਨੇ, ਤੇ ਇਤਿਹਾਸ ਮੈਨੂੰ ਕੀ ਕਹੇਗਾ ਕਿ ਬਈ ਗੁਰੂ ਗੋਬਿੰਦ ਸਿੰਘ ਮੈਦਾਨ ਜੰਗ 'ਚ ਭੱਜ ਗਿਆ, तो कह रहे नहीं पातशाह ये भजन की गल नहीं है, तुसी मिल मतलब ਅਸੀਂ ਸਾਰੇ ਮਿਲ ਕੇ, ਕਿਉਂਕਿ ਪਾਤਸ਼ਾਹ ਤੁਸੀਂ ਖਾਲਸੇ ਨੂੰ ਪ੍ਰਗਟ ਕਰ ਸਕਦੇ ਹੋ, ਤੁਸੀਂ ਦੁਬਾਰਾ ਇੰਨੀ ਵੱਡੀ ਫੌਜ ਇਕੱਠੀ ਕਰ ਸਕਦੇ ਹੋ, ਮੁਗਲ ਸਲਤਨਤ ਦੀਆਂ ਨੀਹਾਂ ਢਾ ਸਕਦੇ ਹੋ, ਪਰ ਅਸੀਂ ਸਾਰੇ ਮਿਲ ਕੇ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ। ਤੇ ਫਿਰ ਕੋਟਲਾ ਨਿਹੰਗ ਖਾਨ ਦੀ ਗੱਲ ਆਉਂਦੀ ਹੈ। ਕੋਟਲਾ ਨਿਹੰਗ ਖਾਨ ਸੀ, ਭੈਣ ਸੀ ਬੀਬੀ ਉਮਰੀ। ਬੀਬੀ ਉਮਰੀ ਦੇ ਦੋ ਬੇਟੇ ਸੀ, ਦੋ ਪੁੱਤ ਸੀ, गनी खान ते नबी खान।
ਇਹ ਮੁਗਲ ਫੌਜ ਚੋਂ ਆਉਂਦੇ ਨੇ, ਭੇਸ ਬਦਲ ਕੇ ਮਹਾਰਾਜ ਨੂੰ ਉੱਚਦਾ ਪੀਰ ਬਣਾ ਕੇ ਉਹਨਾਂ ਨੂੰ ਲੈ ਕੇ ਜਾਂਦੇ ਨੇ ਮਾਛੀਵਾੜੇ। ਤੇ ਇਹ ਅੱਜ ਦੇ ਬਚਨ ਸੀ ਤੇ ਜੋਗੀ ਸਾਹਿਬ ਕਹਿੰਦੇ ਨੇ, ਮੈਂ ਸਮਾਪਤੀ ਕਰਨ ਲੱਗਾ। बेचैन है सब खालसा जी रंज के मारे, बेचैन है सब खालसा जी रंज के मारे, दिल पे गमो अंदेह के चलने लगे आरे, खामोश तड़पने लगे सतगुर के प्यारे, जोगी जी कहो पंथ से अब फतेह पुकारे, छाया हुआ दीवान पे अब गम का समा है, बस खत्म शहीदों की शहादत का बयां है। वाहिगुरु जी का खालसा, वाहिगुरु जी की फतेह। मैं बस ये गल कहनी है कि मैथों कोई गलती हो गई होए, मैं खमांदा जा चुकिया, आप जी तो सब तो छोटा हाँ, तुसीं मैनूं माफ करोगे।